ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਡਾਕਟਰ ਕਿਰਪਾਲ ਸਿੰਘ ਹੈ ਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ ਟਿਪਸ ਫॉर ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ਼। ਤੇ ਵੀ ਆਰ ਥੈਂਕਫੁਲ ਟੂ Voice of Manavata TV and Meghraj Singh for this opportunity to discuss our views. You know, this is a situation here when the whole month of December is full of sacrifices by the Guru Gobind Singh Ji's Parvar family, one after another. And they are all for the sake of human rights. And this is our special program. What we're going to talk about is the lessons we can learn from the sacrifices of the four sons of Guru Gobind Singh Sahib. And of course, their grandfather and their grandmother, Mata Gujar Kaur Ji. So I want to tell you first that the views expressed in this program are strictly our own. They are not official views of Voice of Manavata. ਤੇ ਸਾਰੇ ਦੋਸਤਾਂ ਨੂੰ I want to welcome our audience and also want to welcome our participants so that we can start this program. ਸਾਰਿਆਂ ਨੂੰ ਸਲਾਮ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ, ਰਾਮ ਰਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। Let's start with ਆਪਣੇ ਅਗਿਆਨੀ ਗੁਰਮੀਤ ਸਿੰਘ ਜੀ। ਜ਼ਰਾ ਦੱਸੋ ਆਪਣੇ ਵਿਚਾਰ ਛੋਟੇ ਸਾਹਿਬ ਦੀ ਸ਼ਹੀਦੀ ਬਾਬਤ। ਹੈ ਜੀ। ਹਾਂਜੀ, ਦਾਸ ਭਾਈ ਗੁਰਮੀਤ ਸਿੰਘ ਗਰੀਬ, ਯੂਟਾ ਸਟੇਟ, ਸਾਲਟ ਸਿਟੀ ਤੋਂ। ਤੇ ਦਾਸ ਸਭ ਤੋਂ ਪਹਿਲਾਂ ਵਾਇਸ ਆਫ ਮਾਨਵਤਾ ਚੈਨਲ ਗਿਆਨੀ ਮੇਘਰਾਜ ਸਿੰਘ ਜੀ, ਉਹਨਾਂ ਦੇ ਚੈਨਲ ਦੇ ਥਰੂ ਮੈਂ ਇਹ ਬੇਨਤੀ ਕਰ ਰਿਹਾ। ਤੇ ਡਾਕਟਰ ਕਿਰਪਾਲ ਸਿੰਘ ਹੋਰੀ ਬਹੁਤ ਵਿਦਵਾਨ ਨੇ ਤੇ ਦਾਸ ਨੂੰ ਉਹਨਾਂ ਨੇ ਇਹ ਹੁਕਮ ਕੀਤਾ ਕਿ ਅੱਜ ਜਿਹੜੀ 8 ਪੋਹ ਦੀ ਰਾਤ ਹੈ ਉਹ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜਿਸ ਵਕਤ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ, ਹਾਲਾਂਕਿ ਇਹ ਸਤਿਗੁਰੂ ਨੂੰ ਸਭ ਕੁਝ ਪਤਾ ਹੈ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਵੇਂ ਉਹਨਾਂ ਨੂੰ ਪਤਾ ਘੱਟ ਗਿਣਤੀ ਹੈ, ਪਰ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਸੀ। ਔਰ ਇਹ ਚੜ੍ਹਦੀ ਕਲਾ ਅੱਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਕੋਈ ਇਹ ਨਹੀਂ ਕਿ ਉਹਨਾਂ ਦੀ ਆਪਣੀ ਇਹ ਕਾਢ ਸੀ, ਇਹ ਗੁਰੂ ਨਾਨਕ ਸਾਹਿਬ ਤੋਂ ਹੀ ਚਲੀ ਆਉਂਦੀ ਸੀ। ਕਿਉਂਕਿ ਜਿਵੇਂ ਕਿਸੇ ਚੀਜ਼ ਨੂੰ ਪਹਿਲਾਂ ਥਿਊਰੀ ਵਿੱਚ ਵਰਤਿਆ ਜਾਂਦਾ, ਉਸ ਤੋਂ ਬਾਅਦ ਪ੍ਰੈਕਟੀਕਲ ਵਿੱਚ ਲਿਆਂਦਾ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਹੀ ਇਹ ਸ਼ੁਰੂਆਤ ਕਰ ਦਿੱਤੀ ਸੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਇਹ ਗੱਲ ਗੁਰੂ ਨਾਨਕ ਸਾਹਿਬ ਤੋਂ ਤੁਰੀ ਹੈ। ਔਰ ਗੁਰੂ ਨਾਨਕ ਸਾਹਿਬ ਤੋਂ ਤੁਰ ਕੇ ਜੇ ਉਧਰ ਬਾਬਰ ਆਉਂਦਾ ਚੜ ਕੇ ਹਿੰਦੁਸਤਾਨ ਦੀ ਧਰਤੀ ਤੇ, ਕਾਬਲ ਤੋਂ ਆਉਂਦਾ ਚੜ ਕੇ, ਔਰ ਉਸ ਗੱਲ ਦਾ ਪ੍ਰਵਾਨ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੀ ਹੈ ਕਿ ਪਾਪ ਕੀ ਜੰਜਲ ਹੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇਲਾ ਲੋ। ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਉਸ ਬਾਬਰ ਨੂੰ ਜਾ ਕੇ ਆਪ ਸਤਿਗੁਰੂ ਜੀ ਉਸ ਧਰਤੀ ਤੇ ਗਏ ਨੇ ਜਿੱਥੇ ਬਾਬਰ ਚੜ ਕੇ ਆਉਂਦਾ ਹੈ। ਮੈਂ ਇਸ ਕਰਕੇ ਥੋੜਾ ਜਿਹਾ ਪਿੱਛੋਂ ਇਤਿਹਾਸ ਲਿਆ ਕਿ ਕਈ ਲੋਕ ਕਹਿੰਦੇ ਨਹੀਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਲੱਗ ਕਾਢ ਕੋਈ ਕੱਢੀ ਹੈ, ਵੱਖਰੀ ਕਾਢ ਕੱਢੀ ਹੈ। ਨਹੀਂ, ਬਿਲਕੁਲ ਨਹੀਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਲੀਕ ਤੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਨੇ। ਜਮਾ ਵੀ ਇੱਧਰ ਉੱਧਰ ਨਹੀਂ ਗੁਰੂ ਨਾਨਕ ਸਾਹਿਬ ਦੀ ਤੋਂ ਕੋਈ ਨਹੀਂ ਹੋਇਆ। ਕਿਉਂਕਿ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ, ਭਾਈ ਸੱਤਾ ਤੇ ਬਲਵੰਤ ਜੀ ਦੀ ਬਾਣੀ ਕਹਿੰਦੀ ਹੈ, ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ। ਮੈਂ ਇਸ ਕਰਕੇ ਥੋੜਾ ਜਿਹਾ ਪਿਛੋਕੜ ਵਿੱਚ ਗਿਆ, ਮਾਫ ਕਰਨਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋਤ ਹੀ ਇਹ ਤੁਰੀ ਆਈ ਹੈ। ਔਰ ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ। ਔਰ ਉਹਦਾ ਰੀਜਨ ਇਹ ਸੀ ਕਿ ਜਿਵੇਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਵੀ ਜ਼ੁਲਮ ਹੋਇਆ,
उस धरती ते और बाबर लखां दी गिणती विच फौज लैके हिंद ते चढ़ के आउंदा है, काबलों तो आया, काबल तो आउंदा है। तो साहब गुरु नानक पातशाह जी महाराज उसनूं ये कहंदे ने भावें जाके भाई लालो दे घर बैठदे ने सतगुरु, भाई लालो ने सद्या नहीं सी, पर गुरु नानक साहब जी आप उसते गए ने ओदे प्रेम दे कारण उसका दरवाजा खटकाउंदे ने और ओदे घर बैठ के शब्द उच्चारण करते ने। 7 वारी भाई लालो नूं मुखातब करके भाई लालो दा नाम गुरबाणी विच जिक्र किया सतगुरु जी ने, जैसी में आवे खसम की बाणी तैसड़ा करी ज्ञान वे लालो। तो खैर मैं शब्द नहीं पढ़ांगा पूरा, इस करके समय दे नजाकत नूं समझदे होया। तो गुरु नानक साहब पातशाह जी ने बाबर दे भावें कैद विच समझ लो, ओदी नजरबंदी समझ लो, ओदे कैदियां विच आप गए ते बाबर नूं सबक सिखाउण, ओनूं दसना सी कि बाबर तू जाबर है, तू जुल्मी है, तू जालम है, तू जुल्म कर रहा इन्हां लोकां ते और ये जुल्म तैनूं लै बह जाएगा। तो कहण दा भाव उस तो बाद साहिब गुरु अंगद साहिब पातशाह जी दा समा आ जांदा है, उधरों हमायूं आ जांदा है। हमायूं भी जदों शेर शाह सूरी तो मार खा के ते वापस जा रहे ते ओ ਜਾਂਦਾ ਸਾਹਿਬ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਕੋਲ, ਉੱਥੇ ਵੀ ਮਿਆਨ ਵਿੱਚੋਂ ਤਲਵਾਰ ਕੱਢਦਾ, ਉਹਨੂੰ ਗੁੱਸਾ ਆਉਂਦਾ, ਉਹਦਾ ਅਹੰਕਾਰ ਅੰਦਰੋਂ ਜਾਗਦਾ ਹੈ। ਪਰ ਸਾਹਿਬ ਜੀ ਨੇ ਉਸਨੂੰ ਇਹ ਸਮਝਾਇਆ ਕਿ ਨਹੀਂ, ਜਿੱਥੇ ਤੇਰੀ ਤਲਵਾਰ ਮਿਆਨ ਵਿੱਚੋਂ ਨਿਕਲਣੀ ਸੀ, ਜਿੱਥੇ ਇਸ ਤਲਵਾਰ ਨੇ ਚੱਲਣਾ ਸੀ, ਉੱਥੋਂ ਤੋਂ ਤੂੰ ਭੱਜ ਕੇ ਆ ਗਿਆ ਮਾਰ ਖਾ ਕੇ, ਜਿੱਥੇ ਫਕੀਰਾਂ ਤੇ ਤੂੰ ਤਲਵਾਰ ਕੱਢਣ ਲੱਗਿਆ। तो साहिब गुरु अंगद साहिब पातशाह महाराज उत्थे बच्चों ने विद्या पढ़ा रहे सन ते सतगुरु जी बेपरवाह सन बिल्कुल। ते इस करके आज हमायूं नूं भी समझ आ गई कि हाँ भी वाकई मैं जिथों शेर शाह सूरी तो मार खा के आया तो इत्थे फकीरां ते तलवार कढ़ रहे हैं। ते उत्थों उसनूं ये समझ आई कि नहीं, ये पूर्ण फकीर ने, इन्हां नूं मेरी गलती समझ आ गई। तो उसने भी अपनी गलती की गुस्ताखी मंगी, उन्होंने कहा मैनू गुस्ताखी माफ करो, मेरी माफी दिओ मैनू। ते उस तो बाद जिक्र आउंदा है कि साहिब गुरु अमरदास पातशाह जी आ जांदे ने। साहिब जी दे टाइम ते फिर अकबर आउंदा है, अकबर नूं भी सतगुरु गुरु अमरदास पातशाह जी समझाउंदे ने कि हाँ भी जे तू ये समझे, क्योंकि जदों सेवादार ने आख्या सतगुरु हिंदुस्तान का बादशाह आया अकबर, ते सतगुरु ने आख्या सब तो पहले उन्होंने पंगत विच बिठाओ, क्योंकि मेन कारण ही गुरु नानक साहिब पातशाह जी बाणी तो लैके कारण यही सी, गुरु साहिब जी ने हौमे दी जिहड़ी पहाड़ी ते उपर बैठा सी मनुख, उहनूं हौमे तो थले लाउणा सी पहला। ते अकबर नूं ये समझाया तू पहले जाके पंगत विच बैठ, जिथे पंगत विच जदों जाके बैठदा उत्थे एक आम घाह खोतरन वाले सिख भी बैठे सन, बेचारे मजदूरी दिहाड़ी करन वाले लोग भी बैठे सन, उसे तप्पड़ ते उस बादशाह नूं बैठना पिया अकबर नूं। उसनों ये गल समझ आ गई है। फिर गुरु अमरदास पातशाह जी ने कहा सी हाँ ठीक है, हुण लंगर तू छक लिया, हुण दस। कहंदे नहीं, मैं तुहाडे तो प्रभावित होया कि जिस पंगत विच जिस तप्पड़ ते जिस मैट ते मैं बैठा सी उत्थे ही आम गरीब सिख भी बैठे सन। कहंदे ये गुरु नानक दा राह है, ये गुरु नानक दा पंथ है। तो कहंदा ਇਹਦੇ ਵਿੱਚ ਭਾਈ ਸਾਹਿਬ ਇਹ ਵੀ ਗੱਲ ਵਿਚਾਰਨ ਦੀ ਲੋੜ ਹੈ ਕਿ ਵੀ ਜਿਹੜਾ ਬਾਦਸ਼ਾਹ ਅਕਬਰ ਸੀ ਉਹ ਵੀ ਇੱਕ ਦਰਿਆ ਦੇ ਬੰਦਾ ਸੀਗਾ। ਹਾਂ ਬਿਲਕੁਲ, ਜਿਹੜੇ ਦੂਜੇ ਮੁਗਲ ਰਾਜੇ ਹੋਇਆ ਉਹਨਾਂ ਤੋਂ ਉਹਦਾ ਬੜਾ ਵੱਖਰਾ ਸੀਗਾ, ਉਹਨਾਂ ਤੋਂ ਵੱਖਰਾ ਸੀ ਬਿਲਕੁਲ, ਉਹਨਾਂ ਤੋਂ ਦਰਿਆ ਦਿਲੀ ਸੀ ਜੀ। ਹਾਂਜੀ ਹਾਂਜੀ। ਤੇ ਉਸ ਨੇ ਮਹਾਰਾਜ ਦਾ ਹੁਕਮ ਸੁਣ ਕੇ ਬਜਾਏ ਨਾ ਨੁੱਕਰ ਕਰਨ ਦੇ ਉਹ ਪੰਗਤ ਵਿੱਚ ਬੈਠਾ ਜਾ, ਉਹ ਕੰਪਲਾਈ ਕੀਤਾ, ਉਹਨਾਂ ਨੂੰ ਕਿਹਾ ਕਿ ਹਾਂਜੀ ਜਿਵੇਂ ਤੁਸੀਂ ਕਹਿ ਰਹੇ ਆ। ਉਹਦੇ ਵਿੱਚ ਸਾਨੂੰ ਉਹਦੇ ਵੀ ਖਿਆਲ ਰੱਖਣਾ ਚਾਹੀਦਾ ਕਿ ਜੋ ਉਹ ਜਿਹੜਾ ਸਹਿਦਾ ਸੀ ਮੇਰੇ ਰਾਜ ਦੇ ਵਿੱਚ ਅਨਿਆਂ ਨਾ ਹੋਵੇ। ਤੇ ਗੁਰੂ ਅਮਰਦਾਸ ਜੀ ਦਾ ਵਤੀਰਾ ਦੇਖ ਕੇ ਉਹਦੇ ਮਨ ਦੇ ਵਿੱਚ ਹੋਰ ਵੀ ਸਤਿਕਾਰ ਉਹਨਾਂ ਲਈ ਪੈਦਾ ਹੋ ਗਿਆ। ਬਿਲਕੁਲ ਬਿਲकुल ਬਿਲकुल। ਨਾਲੇ ਡਾਕਟਰ ਕਿਰਪਾਲ ਸਿੰਘ ਹੋਰੀ, ਮੈਂ ਇੱਕ ਬੇਨਤੀ ਕਰਾਂ ਆਪ ਜੀ ਨੂੰ ਕਿ ਨਾਲ ਇੱਕ ਹੋਰ ਅਕਬਰ ਦੇ ਟਾਈਮ ਤੇ ਸ਼ਾਇਦ ਆਪ ਜੀ ਨੂੰ ਨੌਲੇਜ ਹੋਵੇਗੀ ਇਸ ਬਾਰੇ ਕਿ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੀ ਪਹਿਲਾ ਪ੍ਰਥਾ ਚੱਲਦੀ ਸੀ ਸਤੀ ਦੀ, ਹਾਂਜੀ ਸਤੀ ਦੀ ਪ੍ਰਥਾ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੀ ਸਮਾਪਤ ਕਰਾਈ ਸੀ ਅਕਬਰ ਨੂੰ ਕਹਿ ਕੇ ਕਿ ਹਾਂ ਵੀ ਆ ਆਪਣੇ ਤੇਰੇ ਰਾਜ ਵਿੱਚ ਇਹ ਕੁਝ ਹੋ ਰਿਹਾ, ਇਹ ਠੀਕ ਨਹੀਂ ਹੈ। ਜੇ ਇੱਕ ਬੰਦਾ ਕੋਈ ਚੜਾਈ ਕਰ ਜਾਂਦਾ ਹੈ ਤੇ ਉਸ ਦੀ ਪਤਨੀ ਨੂੰ ਜ਼ਬਰਦਸਤੀ ਹੀ ਉਸਨੂੰ ਚਿਖਾ ਵਿੱਚ ਸੁੱਟ ਕੇ ਤੇ ਉਹਨੂੰ ਸਤੀ ਕਰ ਦਿੱਤਾ ਜਾਂਦਾ ਹੈ, ਤੇ ਉਹ ਤਾਂ ਨਿਰਦੋਸ਼ ਹੈ ਵਿਚਾਰੀ, ਉਹਦਾ ਕੀ ਦੋਸ਼ ਹੈ? ਇਹਨੂੰ ਖਤਮ। ਉਹ ਗੱਲ ਠੀਕ ਹੈ ਤੁਹਾਡੀ ਗਿਆਨੀ ਜੀ। ਇੱਕ ਮਿੰਟ ਮੈਂ ਜ਼ਰਾ ਵੈਲਕਮ ਕਰਨਾ ਚਾਹਨਾ ਸੁਖਦੀਪ ਸਿੰਘ। ਹਾਂਜੀ 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 ਸੁਖਦੀਪ ਸਿੰਘ ਜੀ, ਆਮ ਗਲੈਡ ਯੂ ਏਬਲ ਟੂ ਜੁਆਇਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ।
सुखदीप सिंह आवाज सुन रही है मेरी? सुखदीप सिंह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ भाई खालसा की गल आवाज नहीं सुन रही? ਆ ਰਹੀ ਹੈ ਜੀ ਥੋੜਾ ਨਾ ਪਤਾ ਨਹੀਂ ਕਨੈਕਟਡ ਨਹੀਂ ਹੋ ਰਿਹਾ ਜੀ ਪੂਰੀ ਤਰ੍ਹਾਂ ਚਲੋ ਉਸ ਤਰ੍ਹਾਂ ਹੀ ਤੁਸੀਂ ਗੱਲਬਾਤ ਕਰੀ ਜਾਇਓ ਤੇ ਨਾਲੇ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਨਾਲ ਗਿਆਨੀ ਗੁਰਮੀਤ ਸਿੰਘ ਗਰੀਬ ਸੌਲਟ ਲੇਕ ਸਿਟੀ ਤੋਂ ਹੈਗੇ ਨੇ ਨਾਲ ਜੁੜੇ ਹੋਏ। ਜੀ ਠੀਕ ਹੈਲੋ ਯਾ ਇਹ ਸੁਖਦੀਪ ਸਿੰਘ ਹੀ ਇਜ਼ ਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਹਨਾਂ ਨੇ ਐਮਏ ਕੀਤੀ ਹੋਈ ਹੈ ਸਿੱਖ ਸਟੱਡੀਜ਼ ਦੇ ਵਿੱਚ। ਓਕੇ ਓਕੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ। ਹਾਂਜੀ ਸੋ ਹਾਂਜੀ ਕਿਉਂ ਕਰੋ ਗਿਆਨੀ ਜੀ ਗੱਲਬਾਤ ਕਾਂ ਕਰੋ। ਹਾਂਜੀ 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 ਮੈਂ ਬੇਨਤੀ ਉਹੀ ਕਰ ਰਿਹਾ ਸੀ ਕਿ ਜਦੋਂ ਸਤੀ ਪ੍ਰਥਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਸ ਸਮੇਂ ਤੋਂ ਪਹਿਲਾਂ ਵੀ ਚੱਲਦੀ ਸੀ ਔਰ ਹੁਣ ਜਦੋਂ ਅਕਬਰ ਬਾਦਸ਼ਾਹ ਆਉਂਦਾ ਹੈ ਕਿਉਂਕਿ ਮੇਨ ਪਾਵਰ ਜਿਹੜੀ ਹੈ ਉਹ ਵਕਤ ਦੀ ਹਕੂਮਤ ਦੇ ਹੱਥ ਵਿੱਚ ਉਹ ਭਾਵੇਂ ਅੱਜ ਹੈਗੀ ਤੇ ਭਾਵੇਂ ਪਹਿਲਾਂ ਸੀ। ਜੋ ਵੀ ਉਹਨਾਂ ਦੇ ਹਕੂਮਤ ਜੇ ਪ੍ਰਜਾ ਵਿੱਚ ਜੋ ਕੁਝ ਹੋ ਰਿਹਾ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ ਕਿਉਂਕਿ ਕਾਨੂੰਨ ਬਣੇ ਹੋਏ ਸਨ ਉਸ ਟਾਈਮ ਦੇ ਔਰ ਕਾਨੂੰਨ ਜਿਸ ਦਾ ਰਾਜ ਗੁਰਬਾਣੀ ਵੀ ਇਹ ਕਹਿੰਦੀ ਹੈ ਕਿ ਵੀ ਜਿਸ ਦਾ ਰਾਜ ਕਿਸੇ ਦਾ ਸੁਪਨਾ ਜਿਸ ਦੇ ਹੱਥ ਵਿੱਚ ਰਾਜ ਆ ਜਾਵੇ ਉਹ ਆਪਣੀ ਮਰਜ਼ੀ ਨਾਲ ਸੁਪਨਾ ਦੇਖ ਸਕਦਾ ਹੈ ਜਿਸ ਤਰ੍ਹਾਂ ਦਾ ਵੀ ਉਹ ਚਾਹੇ। ਰਾਈਟ ਅੱਛਾ ਗਿਆਨੀ ਜੀ ਇੱਕ ਮਿੰਟ ਤੁਹਾਡੀ ਗੱਲ ਵਿਚਾਲੇ ਹੈ। ਹਾਂਜੀ ਅਸੀਂ ਥੋੜਾ ਜਿਹਾ ਫੋਕਸ ਕਰਨਾ ਚਾਹੁੰਦੇ ਹਾਂ ਕਿਉਂ ਆ ਜਿਹੜਾ ਇਸ ਵੇਲੇ ਟਾਈਮ ਹੈ ਨਾ ਸ਼ਹੀਦੀਆਂ ਦਾ ਹਾਂਜੀ ਹਾਂਜੀ ਮੈਂ ਉੱਥੇ ਹੀ ਆ ਰਿਹਾ ਸੀ ਜੀ। ਹਾਂਜੀ ਆਈ ਨੋ ਕਿ ਤੁਸੀਂ ਆ ਰਹੇ ਆ ਪਰ ਸਾਨੂੰ ਥੋੜਾ ਇਸ ਟਾਈਮ ਦੇ ਲਿਮਿਟ ਦੇ ਵਿੱਚ ਵੀ ਰਹਿਣਾ ਪੈਣਾ ਬੜਾ ਲੰਬੀ ਨਹੀਂ ਗੱਲ ਕਰ ਸਕਦੇ ਅਸੀਂ ਇੱਥੇ। ਤੇ ਮੈਂ ਸੁਖਦੀਪ ਨੂੰ ਵਿੱਚ ਲਿਆਉਣਾ ਚਾਹਨਾ। ਸੁਖਦੀਪ ਹਾਂਜੀ ਤੇਰੇ ਕੀ ਖਿਆਲ ਹੈ ਸ਼ਹੀਦੀ ਬਾਬਾ ਜੀ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਹੈ ਇਹਦੇ ਬਾਬਤ? ਹੈਲੋ ਇੱਕ ਮਿੰਟ ਜੀ ਬਸ ਥੋੜਾ ਮੇਰਾ ਕੰਟੈਕਟ ਜਿਹਾ ਨਹੀਂ ਹੋ ਰਿਹਾ। ਆਵਾਜ਼ ਤਾਂ ਸੁਣ ਰਹੀ ਹੈ ਕੋਈ ਗੱਲ ਨਹੀਂ ਜੇ ਨਹੀਂ ਵੀ ਹਾਂਜੀ ਆਵਾਜ਼ ਆ ਰਹੀ ਆਵਾਜ਼ ਹਾਂ ਕਰੋ ਗੱਲ। ਹਾਂ ਆਵਾਜ਼ ਆ ਰਹੀ ਹੈ। ਹਾਂ ਤੁਹਾਡੀ ਆ ਰਹੀ ਮੇਰੀ ਆਵਾਜ਼ ਆ ਰਹੀ ਜੀ? ਹਾਂ ਆ ਰਹੀ ਹੈ। ਹਾਂਜੀ ਹਾਂਜੀ ਆ ਰਹੀ ਹੈ ਆਪ ਜੀ ਦੀ ਆਵਾਜ਼। ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਛੋਟੇ ਸਾਹਿਬ ਸ਼ਹੀਦੀ ਬਾਬਤ? ਸੁਖਦੀਪ ਸੁਖਦੀਪ ਕਨੈਕਸ਼ਨ ਨਹੀਂ ਬਣ ਰਿਹਾ। ਕਨੈਕਸ਼ਨ ਬਣ ਨਹੀਂ ਰਿਹਾ। ਚਲੋ ਕੋਈ ਗੱਲ ਨਹੀਂ ਫਿਰ ਚਲੋ ਕੋਈ ਨਹੀਂ ਹੁਣ ਕਰ ਸਕਦੇ ਗੱਲ। ਹੈਲੋ ਯੈਸ ਯੈਸ ਹੈਲੋ ਹਾਂਜੀ ਆਪ ਜੀ ਦੀ ਆਵਾਜ਼ ਆ ਰਹੀ ਹੈ। ਆਪ ਜੀ ਗੱਲ ਕਰੋ ਕੋਈ ਨਹੀਂ ਆਪ ਜੀ ਦੀ ਆਵਾਜ਼ ਆ ਰਹੀ। ਹਾਂਜੀ ਇੱਕ ਮਿੰਟ ਮੈਂ ਨਾ ਕੰਟੈਕਟ ਦੁਬਾਰਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ। ਅੱਛਾ ਕੰਟੈਕਟ ਨਹੀਂ ਹੋ ਰਿਹਾ ਚਲੋ ਕੋਈ ਗੱਲ ਨਹੀਂ ਇਹਦੇ ਵੀ ਕੋਈ ਭਲਾ ਹੀ ਹੈ। ਤੇ ਅੱਛਾ ਗਿਆਨੀ ਜੀ ਤੁਸੀਂ ਸਤੀ ਦੀ ਦੱਸ ਰਹੇ ਸੀ ਤੇ ਉਹਨਾਂ ਦਾ ਵੀ ਇਸੇ ਤਰ੍ਹਾਂ ਬਾਕੀ ਦੀਆਂ ਪਾਤਸ਼ਾਹੀਆਂ ਨਾਲ ਵੀ ਉਹਨਾਂ ਦੇ ਵਿੱਚ ਹੀ ਚੱਲਦੇ ਚਲਾਉਂਦੇ ਫਿਰ ਦੇਖੋ 10ਵੇਂ ਪਾਤਸ਼ਾਹ ਦੇ ਮੌਕੇ ਜਿਹੜੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਵੱਡੇ ਵੀ ਤੇ ਛੋਟੇ ਵੀ ਦੇਖੋ ਉਹਨਾਂ ਦੇ ਵਿੱਚ ਜਿਹੜਾ ਜਜ਼ਬਾ ਸੀਗਾ ਕੁਰਬਾਨੀ ਕਰਨ ਦਾ। ਹਾਂਜੀ ਇੱਕ ਤਾਂ ਇਹ ਅਸੀਂ ਕਹਿੰਦੇ ਹਾਂ ਕਿ ਵੀ ਇਹ ਮਹਾਰਾਜ ਦੇ ਅੰਸ਼ ਸੀਗੇ ਉਹਦੇ ਵਿੱਚ ਵੀ ਉਹਨਾਂ ਨੂੰ ਤਾਂ ਉਹਨਾਂ ਦੇ ਵਿੱਚ ਇਹ ਸ਼ਕਤੀ ਸੀਗੀ। ਹਾਂ ਉਹ ਤਾਂ ਕਹਿ ਸਕਦੇ ਹਾਂ ਉਹਨਾਂ ਵਿੱਚ ਤਾਂ ਹੋਣਾ ਹੀ ਸੀ ਆਪਾਂ ਕਹਿ ਸਕਦੇ ਹਾਂ ਜੀ। ਹਾਂਜੀ ਪਰ ਗੱਲ ਇਹ ਆ ਤੇ ਜਿਹੜੀਆਂ ਪਹਿਲੀਆਂ ਪਾਤਸ਼ਾਹੀਆਂ ਜਿਵੇਂ ਗੁਰੂ ਨਾਨਕ ਦੇਵ ਸੀ ਉਹਨਾਂ ਦੇ ਬੱਚੇ ਸੀਗੇ। ਹਾਂਜੀ ਉਹਨਾਂ ਤੇ ਅਸਰ ਕਿਉਂ ਨਹੀਂ ਹੋਇਆ ਗੁਰੂ ਨਾਨਕ ਦੇਵ ਜੀ ਦਾ? ਜਾਂ ਗੁਰੂ ਰਾਮਦਾਸ ਜੀ ਦੇ 3 ਪੁੱਤਰ ਸੀ ਪ੍ਰਿਥਵੀ ਚੰਦ ਤੇ ਮਹਾਦੇਵ ਤੇ ਕਿਉਂ ਨਹੀਂ ਅਸਰ ਹੋਇਆ? ਇਸੇ ਤਰ੍ਹਾਂ ਗੁਰੂ ਹਰਰਾਏ ਜੀ ਦੇ ਰਾਮ ਰਾਏ ਤੇ ਹਰਕ੍ਰਿਸ਼ਨ ਸੀ ਉਹ ਰਾਮ ਰਾਏ ਤੇ ਕਿਉਂ ਨਹੀਂ ਅਸਰ ਹੋਇਆ? ਕਹਿਣ ਦਾ ਭਾਵ ਮਤਲਬ ਇਸ ਤੋਂ ਇਲਾਵਾ ਕੋਈ ਹੋਰ ਵੀ ਗੱਲ ਹੈ ਜਿਹੜੀ ਕਿ ਉਹਨਾਂ ਨੂੰ ਇਸ ਤਰ੍ਹਾਂ ਜਜ਼ਬਾਤੀ ਤੇ ਕੁਰਬਾਨੀ ਕਰਨ ਦੇ ਲਈ ਤਿਆਰੀ ਦਿੰਦੀਆਂ ਨੇ ਚੀਜ਼ਾਂ। ਹਾਂਜੀ ਗੁਰੂ ਘਰ ਦੇ ਵਿੱਚ ਹੀ ਜਿਹੜੇ ਗੁਰੂ ਘਰ ਦੇ ਆਪਣੇ ਉਹੀ ਜਿਹੜੇ ਭੈਣ ਭਰਾ ਸੀ ਉਹਨਾਂ ਦੇ ਵੀ ਲੜਾਈਆਂ ਪੜਾਈਆਂ ਬਥੇਰੀਆਂ ਹੁੰਦੀਆਂ ਰਹੀਆਂ ਨੇ। ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਤੇ ਇਸ ਕਰਕੇ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਇਹ ਜਜ਼ਬਾ ਜੀ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਦੇ ਵਿੱਚ ਆਪਣੇ ਕੁਰਬਾਨੀ ਦੇਣ ਦਾ ਜੀ ਉਹ ਕਿਵੇਂ ਪੈਦਾ ਹੋਇਆ? ਤੁਹਾਡਾ ਕੀ ਖਿਆਲ ਹੈ ਇਸ ਬਾਬਤ? ਦੇਖੋ ਇਹ ਜਜ਼ਬਾ ਜਿਹੜਾ ਹੁਣ
ਸਭ ਤੋਂ ਪਹਿਲਾਂ ਮੈਂ ਤਾਂ ਇੱਥੋਂ ਇੱਕ ਸਬਕ ਸਿੱਖਿਆ ਕਿ ਜਿੰਨਾ ਵੀ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਬਚਪਨ ਵਿੱਚ ਜਿਹੜਾ ਸੰਘਰਸ਼ ਕੀਤਾ ਹੈ, ਹੁਣ ਜਿਸ ਟਾਈਮ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਸਾਹਮਣੇ ਆਪਣੀ ਉਹਨਾਂ ਦੀ ਗੋਦ ਵਿੱਚ ਝੋਲੀ ਵਿੱਚ ਆਉਂਦਾ ਹੈ, ਤੇ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਿਰ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਪੈ ਜਾਂਦੀ 9 ਸਾਲ ਦੀ ਉਮਰ ਵਿੱਚ। ਤੁਸੀਂ ਇੱਕ ਅੰਦਾਜ਼ ਲਾ ਸਕਦੇ ਹੋ ਕਿ ਵੀ 9 ਸਾਲ ਦੇ ਬੱਚਾ ਅੱਜ ਕਿੰਨਾ ਕੁ ਕੁਝ ਸਾਂਭ ਸਕਦਾ ਹੈ ਜਾਂ ਕੀ ਜ਼ਿੰਮੇਵਾਰੀ ਸਾਂਭ ਸਕਦਾ ਹੈ, ਔਰ ਏਡੀ ਵੱਡੀ ਜ਼ਿੰਮੇਵਾਰੀ ਸਾਂਭਣੀ ਬੜੀ ਵੱਡੀ ਗੱਲ ਸੀ। ਔਰ ਮੈਂ ਅਕਸਰ ਮੈਂ ਤਾਂ ਤਕਰੀਬਨ ਇੱਕ ਬੇਨਤੀ ਵੀ ਕਰਦਾ ਉਹਨਾਂ ਸੰਗਤਾਂ ਵਿੱਚ ਕਿ ਸਿੱਖੀ ਜਿਹੜੀ ਆ ਜਜ਼ਬਾ ਜਿਹੜਾ ਹੈ ਉਹ ਦਿੱਤਾ ਨਹੀਂ ਜਾ ਸਕਦਾ, ਲਿਆ ਜਾ ਸਕਦਾ ਹੈ। ਜੇ ਦਿੱਤਾ ਜਾ ਸਕਦਾ ਤੇ ਫਿਰ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵੀ ਆਪਣੇ ਪੁੱਤਰਾਂ ਨੂੰ ਦੇ ਸਕਦੇ ਸੀ। ਸਿੱਖੀ ਵੀ ਦਿੱਤੀ ਜਾ ਸਕਦੀ ਹੈ, ਉਹ ਜਜ਼ਬਾਤ ਵੀ ਦਿੱਤੇ ਜਾ ਸਕਦੇ, ਪਰ ਨਹੀਂ ਦਿੱਤੇ ਨਹੀਂ ਜਾ ਸਕਦੇ, ਲਏ ਜਾ ਸਕਦੇ ਨੇ ਨਾ। ਹਾਲਾਂਕਿ ਦੇਖੋ ਗੁਰੂ ਨਾਨਕ ਸਾਹਿਬ ਨੇ ਵੀ ਸੋਚਿਆ ਹੋਵੇਗਾ, ਜਿਵੇਂ ਅਸੀਂ ਆਪ ਸੋਚਦੇ ਹਾਂ ਕਿ ਵੀ ਸਾਡਾ ਪੁੱਤਰ ਜਿਸ ਧਰਮ ਵਿੱਚ ਅਸੀਂ ਜਾ ਰਹੇ ਹਾਂ ਉਸੇ ਧਰਮ ਵਿੱਚ ਸਾਡਾ ਪੁੱਤਰ ਜਾਵੇ। ਇਹੀ ਗੱਲ ਗੁਰੂ ਅੰਗਦ ਸਾਹਿਬ ਜੀ ਨੇ ਸੋਚੀ ਹੋਣੀ, ਇਹੀ ਗੁਰੂ ਅਮਰਦਾਸ ਜੀ ਨੇ ਸੋਚੀ ਹੋਣੀ, ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਸੋਚਿਆ ਹੋਣਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਾਂ ਗੁਰੂ ਰਾਮਦਾਸ ਪਾਤਸ਼ਾਹ ਦੇ 3 ਪੁੱਤਰਾਂ ਵਿੱਚੋਂ ਇੱਕ ਪੁੱਤਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ, ਉਹਨਾਂ ਨੇ ਸਿੱਖੀ ਲਈ ਹੈ, ਨਾ ਕਿ ਦਿੱਤੀ। ਤੇ ਤਿੰਨਾਂ ਨੂੰ ਇੱਕੋ ਜਿਹੀ ਦਿੱਤੀ ਹੋਣੀ ਨੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਨੇ। ਤੋ ਕਹਿੰਦਾ ਮੈਂ ਤਾਂ ਇੱਥੇ ਤੱਕ ਇੰਨਾ ਕੁ ਮੈਂ ਵਿਚਾਰ ਕੀਤੀ ਹੈ ਔਰ ਆਪਣੇ ਮਨ ਵਿੱਚ ਇਹ ਸੋਚਿਆ ਕਿ ਵੀ ਜਿਹੜਾ ਜਜ਼ਬਾ ਜਿਹੜਾ ਮਿਲਿਆ ਉਹਨਾਂ ਨੂੰ, ਇੱਕ ਤਾਂ ਦਾਦੇ ਦੀ ਕੁਰਬਾਨੀ ਹੈ, ਪੜਦਾਦੇ ਦੀ ਕੁਰਬਾਨੀ ਹੈ, ਔਰ ਪਿਓ ਦੇ ਇਹ ਜ਼ਿੰਮੇਵਾਰੀ ਦੇਖੀ ਕਿ ਪਿਓ ਨੇ ਸਾਰੀ ਜ਼ਿੰਦਗੀ 42 ਸਾਲ 7 ਮਹੀਨੇ ਕੁਝ ਜਿੰਨੇ ਕੁ ਬਤੀਤ ਕੀਤੇ ਨੇ। ਤੋ ਸਾਹਿਬਜ਼ਾਦੇ ਭਾਵੇਂ ਛੋਟੀ ਜਿਹੀ ਉਮਰ ਸੀ, ਪਰ ਉਹਨਾਂ ਨੇ ਆਪਣੇ ਪਿਤਾ ਦੀ ਜ਼ਿੰਮੇਵਾਰੀ ਨੂੰ ਦੇਖਿਆ, ਬਚਪਨ ਤੋਂ ਹੀ ਉਹਨਾਂ ਨੇ ਦੇਖਿਆ। ਹਾਲਾਂਕਿ ਜਿਵੇਂ ਆਮ ਬੱਚਿਆਂ ਨੂੰ ਇੱਕ ਪਿਤਾ ਜੀ ਪਾਲਦੇ ਨੇ, ਪਿਓ ਪਾਲਦਾ ਹੈ, ਇਸੇ ਤਰ੍ਹਾਂ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਵੀ ਆਪਣੇ ਬੱਚਿਆਂ ਨੂੰ ਪਾਲਿਆ, ਪਰ ਦਾਦੀ ਦੇ ਸੰਸਕਾਰ ਬੜੇ ਜ਼ਬਰਦਸਤ ਹਨ। ਹਾਂਜੀ, ਕਰੋ ਗੱਲ ਕਿਵੇਂ ਦਾਦੀ ਦੇ ਸੰਸਕਾਰ। ਹਾਂਜੀ, ਹੁਣ ਦੇਖੋ, ਇੱਕ ਪਾਸੇ ਤਾਂ ਭਾਵੇਂ ਉਹ ਆਪਾਂ ਦੁਨਿਆਵੀ ਗੱਲ ਲੈ ਲਈਏ ਤੇ ਭਾਵੇਂ ਇੱਕ ਧਾਰਮਿਕ ਰਾਹ ਤੋਂ ਲੈ ਲਈਏ, ਕਿਸੇ ਐਂਗਲ ਤੋਂ ਲੈ ਲਈਏ, ਕਿ ਜਗਤ ਮਾਤਾ ਗੁਜਰ ਕੌਰ ਜੀ, ਹੁਣ ਉਹਨਾਂ ਦੀ ਕਿੱਡੀ ਵੱਡੀ ਕੁਰਬਾਨੀ ਸੀ ਕਿ ਉਹਨਾਂ ਨੇ ਵੀ ਕਿੰਨੇ ਸਾਲ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਤੋਂ ਬਿਨਾਂ ਜ਼ਿੰਦਗੀ ਕੱਟੀ। ਪਹਿਲੇ ਸਤਿਗੁਰੂ ਜੀ ਜਦੋਂ ਜਾਂਦੇ ਨੇ ਆਸਾਮ ਵੱਲ, ਉਦੋਂ ਮਾਤਾ ਗੁਜਰ ਕੌਰ ਜੀ ਇਕੱਲੇ ਰਹਿੰਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਹੁਣ ਇਹ ਸੀ ਕਿ ਵੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਨੂੰਹ ਸੀ ਮਾਤਾ ਗੁਜਰ ਕੌਰ, ਤੇ ਮਾਤਾ ਗੁਜਰ ਕੌਰ ਦੇ ਉੱਤੇ ਇੰਨਾ ਵੱਡਾ ਤੁਸੀਂ ਪਰਿਵਾਰ ਦਾ ਇੱਕ ਸਾਰਾ ਜ਼ਿੰਮੇਵਾਰੀ ਸਮਝ ਲਓ ਇੰਨੀ ਵੱਡੀ, ਜਾਂ ਇਹ ਸਮਝ ਲਓ ਕਿ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇੰਨੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ, ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਿਨ੍ਹਾਂ ਨੇ 9 ਸਾਲ ਦੀ ਉਮਰ ਤੋਂ ਲੈ ਕੇ ਔਰ ਏਡੀ ਵੱਡੀ ਕੁਰਬਾਨੀਆਂ ਦੀ ਉਹਨਾਂ ਨੂੰ ਔਰ ਏਡੀ ਵੱਡੀ ਜ਼ਿੰਮੇਵਾਰੀ ਸੰਭਾਲਣ ਦਾ ਉਹਨਾਂ ਨੇ ਇੱਕ ਉਪਦੇਸ਼ ਪੜ੍ਹਾਇਆ। ਔਰ ਇਹੀ ਉਪਦੇਸ਼ ਮੈਂ ਕਹਿੰਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਤੇ ਉਹ ਇਹ ਸਾਰਾ ਮੇਰੇ ਖਿਆਲ ਨਾਲ ਕਿ ਇਹ ਸੰਸਕਾਰ ਸਨ। ਰਾਈਟ। ਅੱਛਾ, ਇਹਨਾਂ ਦੇ ਨਾਲ ਦੇਖੋ ਮਾਤਾ ਗੁਜਰੀ ਦੇ ਨਾਲ ਉਹਨਾਂ ਦੀ ਜਿਹੜੀ ਸੀਗੀ ਸੱਸ ਨਾਨਕੀ, ਉਹ ਵੀ ਰਹਿੰਦੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਵਾਈਫ ਸੀ। ਹਾਂਜੀ, ਉਹ ਵੀ ਉਹਨਾਂ ਦੇ ਨਾਲ ਸੀ। ਤੇ ਫਿਰ ਜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਜਿਹੜੀਆਂ ਆਪਣੀਆਂ ਪਤਨੀਆਂ ਸੀਗੀਆਂ, ਬੀਬੀ ਜੀਤੋ ਕੌਰ ਜੀ, ਬੀਬੀ ਸੁੰਦਰੀ, ਤੇ ਉਹ ਜਿਹੜੀਆਂ ਉਹ ਵੀ ਸੀਗੀਆਂ। ਹਾਂਜੀ, ਮਾਤਾ ਸਾਹਿਬ ਸਾਰਿਆਂ ਦਾ ਕੋਈ ਨਾ ਕੋਈ ਦਾ ਰੋਲ ਹੋਏਗਾ ਸਾਹਿਬਜ਼ਾਦਿਆਂ ਦੇ ਵਿੱਚ ਜਜ਼ਬਾ ਕਾਇਮ ਰੱਖਣ ਲਈ। ਹਾਂ, ਬਿਲਕੁਲ ਬਿਲਕੁਲ। ਦੇਖੋ ਇਹ ਤਾਂ ਦੇਖੋ ਹੁਣ ਉਹ ਤੇ ਚਲੋ ਗੁਰੂ ਸਾਹਿਬ ਦੇ ਮਹਿਲ ਸਨ ਜਾਂ ਗੁਰੂ ਸਾਹਿਬ ਆਪ ਸਨ, ਸਰਵ ਕਲਾ ਸਮਰੱਥ ਸਨ। ਅੱਜ ਵੀ ਜੇ ਕੋਈ ਵੀ ਮਨੁੱਖ ਭਾਵੇਂ ਆਪ ਨਾਸਤਕ ਹੋਵੇ, ਪਰ ਉਹ ਕੋਸ਼ਿਸ਼ ਕਰਦਾ ਹੈ ਮੇਰਾ ਬੱਚਾ ਇੱਕ ਆਸਤਕ ਬਣੇ, ਮੇਰਾ ਬੱਚਾ ਚੰਗੇ ਸੰਸਕਾਰ ਉਹਦੇ ਵਿੱਚ ਆਉਣ, ਪੜ੍ਹਾਈ ਦੁਨੀਆ ਵੀ ਉਹਨੂੰ ਸਮਝ ਹੋਵੇ, ਧਾਰਮਿਕ ਧਰਮ ਦੀ ਵੀ ਸਮਝ ਹੋਵੇ। ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਔਰ ਇਹ ਤੇ ਇੱਕ ਪਰਿਵਾਰ ਹੀ ਉਹਨਾਂ ਨੂੰ ਇੱਕ ਸੰਸਕਾਰ ਹੀ ਐਸੇ ਮਿਲੇ ਸੀ ਕਿ ਵੀ ਜਿਹੜੇ ਬਚਪਨ ਤੋਂ ਹੀ ਗੁਰਬਾਣੀ ਦਾ
ਅਥਾਹ ਸੀ ਗੁਰਬਾਣੀ ਦਾ ਜਿਹੜਾ ਵਾਰਤਾਲਾਪ ਅੰਮ੍ਰਿਤ ਵੇਲੇ, ਔਰ ਜਿੱਥੇ ਕਲਗੀਧਰ ਪਾਤਸ਼ਾਹੀ ਨੇ ਪਰਪੱਕ ਸਨ ਕਿ ਭਾਵੇਂ ਪਿੱਛੇ ਫੌਜ ਚੜੀ ਆਉਂਦੀ ਪਰ ਉਹ ਫਿਰ ਵੀ ਸਿੰਘਾਂ ਨੂੰ ਕਹਿੰਦੇ ਨਹੀਂ ਪਹਿਲਾਂ ਆਸਾ ਦੀਵਾਰ ਲਾਉਣੀ ਹੈ। ਭਾਵੇਂ ਸਿੱਖਾਂ ਨੇ ਕਿਹਾ ਸਤਿਗੁਰੂ ਪਿੱਛੇ ਫੌਜ ਚੜੀ ਆਉਂਦੀ ਅੱਗੇ ਸਰਸਾ ਚੜੀ ਹੈ। ਭਾਈ ਸਾਹਿਬ ਉਹ ਗੱਲ ਨੂੰ ਤੁਸੀਂ ਛੱਡੋ ਜਰਾ, ਉਹ ਕੰਟਰੋਵਰਸੀ ਹੈ ਮੇਰੇ ਲਈ। ਤੇ ਮੈਂ ਇਸ ਚੀਜ਼ ਦੇ ਵਿੱਚ ਤੁਹਾਡੇ ਖਿਆਲ ਸਮਝਣਾ ਚਾਹਨਾ ਕਿ ਬਈ ਆਪਣੇ ਜਿਹੜੇ ਹੈਗੇ ਨੇ ਕਿ ਬਈ ਜਿਹੜਾ ਪਾਤਸ਼ਾਹ ਦਾ ਰੋਲ ਹੈ ਉਹ ਤਾਂ ਹੈ ਹੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ 10ਵੇਂ ਪਾਤਸ਼ਾਹ ਦਾ। ਪਰ ਮੇਰਾ ਮਤਲਬ ਜਿਹੜਾ ਘਰ ਦੇ ਵਿੱਚ ਔਰਤਾਂ ਨੇ, ਜਿਹੜੇ ਘਰ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਨੇ, ਕਿਉਂਕਿ ਅਸੀਂ ਜਦੋਂ ਪੜ੍ਹਦੇ ਹਾਂ ਇੱਕ ਸ਼ਬਦ ਆਉਂਦਾ ਗੁਰਦੇਵ ਮਾਤਾ ਗੁਰਦੇਵ ਪਿਤਾ, ਹਾਂਜੀ, ਜਿਹੜਾ ਸਾਡੇ ਪਹਿਲੇ ਸਾਨੂੰ ਸਬਕ ਸਿਖਾਉਣ ਵਾਲੇ ਉਹ ਸਾਡੀ ਆਪਣੀ ਮਾਂ। ਬਿਲਕੁਲ ਪਹਿਲਾ ਆਪਣੀ ਮਾਂ ਤੋਂ ਸਿੱਖਿਆ। ਹਾਂਜੀ, ਪਹਿਲਾ ਗੁਰੂ ਤਾਂ ਮਾਂ ਹੀ ਹੈ, ਬਿਲਕੁਲ ਕੋਈ ਸ਼ੱਕ ਨਹੀਂ। ਤੇ ਬਾਅਦ ਦੇ ਵਿੱਚ ਫਿਰ ਮਾਂ ਨੇ ਮੈਨੂੰ ਦੱਸਿਆ ਵੀ ਇਹ ਤੇਰਾ ਪਿਓ ਹੈ ਤੇ ਤੇਰੇ ਪਿਤਾ ਜੀ ਆ। ਮਾਂ ਨੇ ਮੈਨੂੰ ਦੱਸਿਆ ਕਿ ਵੀ ਕਾਕਾ ਤੂੰ ਇਸ ਤਰ੍ਹਾਂ ਕਰ, ਐਂ ਕਰ। ਉਸ ਤੋਂ ਬਾਅਦ ਫਿਰ ਘਰ ਦੇ ਪਿਤਾ ਜੀ ਨਾਲ ਸੰਬੰਧ ਬਣਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਜਿਹੜੇ ਉਹਨਾਂ ਦੇ ਰੋਲ ਨੇ, ਸਾਡੀਆਂ ਜਿਹੜੀਆਂ ਮਾਤਾਵਾਂ ਨੇ ਗੁਰੂ ਘਰ ਦੇ ਵਿੱਚ, ਹਾਂਜੀ, ਉਹਨਾਂ ਨੇ ਜਿਸ ਹਿਸਾਬ ਨਾਲ ਆਪਣਾ ਮਤਲਬ ਬੱਚਿਆਂ ਦੇ ਵਿੱਚ ਉਹਨਾਂ ਨੂੰ ਜੋ ਪੜ੍ਹਦੇ ਫੁੱਲਦੇ ਸੀਗੇ, ਹਾਂਜੀ, ਉਹਨਾਂ ਨੂੰ ਸੰਬੋਧਨ ਕਰਕੇ ਦੱਸ ਕੇ ਆਪਣੇ ਜੀਵਨ ਅਨੁਸਾਰ ਤੇ ਨਾਲੇ ਆਪਣੇ ਇਤਿਹਾਸਿਕ ਅਨੁਸਾਰ ਕਿ ਵੀ ਸਾਡੀਆਂ ਕਿੰਨੀਆਂ ਕੁਰਬਾਨੀਆਂ ਦੀ ਹਿਸਟਰੀ ਹੈ, ਹੌਲੀ ਹੌਲੀ ਇਸ ਤਰ੍ਹਾਂ ਜਜ਼ਬਾ ਭਰਿਆ ਹੋਣਾ। ਕੀ ਖਿਆਲ ਹੈ ਤੁਹਾਡਾ? ਬਿਲਕੁਲ ਸਹੀ ਖਿਆਲ ਹੈ ਤੁਹਾਡਾ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਬਿਲਕੁਲ, ਕਿਉਂਕਿ ਦੇਖੋ ਮਾਂ ਤਾਂ ਇੱਕ ਸਭ ਤੋਂ ਪਹਿਲਾ ਗੁਰੂ ਹੈ। ਉਹ ਦੇਖੋ ਜੇ ਤੁਸੀਂ ਇਤਿਹਾਸ ਬਾਬਾ ਫਰੀਦ ਸਾਹਿਬ ਜੀ ਦਾ ਪੜ੍ਹ ਲਓ ਜਾਂ ਭਗਤ ਧਰੂ ਜੀ ਦਾ ਪੜ੍ਹ ਲਓ ਜਾਂ ਭਗਤ ਪ੍ਰਹਿਲਾਦ ਜੀ ਦਾ ਪੜ੍ਹ ਲਓ, ਉਹਨਾਂ ਵਿੱਚ ਸਾਰਿਆਂ ਵਿੱਚ ਮਾਂ ਦਾ ਸਭ ਤੋਂ ਵੱਡਾ ਰੋਲ ਔਰ ਸਭ ਤੋਂ ਵੱਡਾ ਯੋਗਦਾਨ ਹੋਇਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮਾਂ ਹੀ ਇੱਕ ਐਸੀ ਹੈ ਕਿ ਜਿਹੜੀ ਆਪਣੇ ਬੱਚੇ ਨੂੰ ਚੰਗੇ ਪਾਸੇ ਲਾ ਦੇਵੇ ਜਾਂ ਭੈੜੇ ਪਾਸੇ ਲਾ ਦੇਵੇ। ਔਰ ਉਸ ਵਕਤ ਦੀ ਉਹ ਤੇ ਚਲੋ ਬਹੁਤ ਪੁਰਾਣੀ ਗੱਲ ਹੈ। ਆਪਾਂ ਆਪਣੀ ਗੱਲ ਦੇਖ ਲਈ, ਜਦ ਆਪਾਂ ਬਚਪਨਾ ਕੱਟਿਆ ਹੈ ਤੇ ਸਾਨੂੰ ਵੀ ਸਾਡੂ ਮਾਂ ਨੇ ਹੀ ਸਭ ਤੋਂ ਪਹਿਲਾਂ ਚੰਗੇ ਪਾਸੇ ਜਿਸ ਪਾਸੇ ਵੀ ਤੁਰਿਆ, ਉਹ ਭਾਵੇਂ ਜੇ ਕੋਈ ਮਨੁੱਖ ਗਲਤ ਪਾਸੇ ਤੁਰਿਆ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਉਹ ਆਪ ਤੁਰਿਆ, ਉਹਦੀ ਚੀਜ਼ ਸਮਝ ਲਿਆ ਕਿ ਹਾਂ ਵੀ ਹੋ ਸਕਦਾ ਮਾਂ ਪਿਓ ਕੋਲ ਟਾਈਮ ਨਾ ਹੋਵੇ ਜਾਂ ਕੀ ਕਾਰਨ ਬਣੇ ਹੋਣ। ਬਾਕੀ ਨਹੀਂ ਤੇ ਜਿੰਨੇ ਇਤਿਹਾਸਕ ਜਿਹੜੇ ਵੱਡੇ ਵੱਡੇ ਭਗਤ ਆਏ ਆ, ਸੂਰਮੇ ਯੋਧੇ ਹੋਏ ਨੇ, ਉਹਨਾਂ ਦੇ ਵਿੱਚ ਮਾਂ ਦਾ ਬਹੁਤ ਵੱਡਾ ਯੋਗਦਾਨ ਹੋਇਆ ਹੈ। ਤੇ ਇਸ ਕਰਕੇ ਮੈਂ ਤੇ ਇਹੀ ਸਮਝ ਸਕਦਾ ਕਿ ਵੀ ਇਹਦੇ ਵਿੱਚ ਜਿਵੇਂ ਮੈਂ ਆਪ ਜੀ ਨੇ ਜ਼ਿਕਰ ਕੀਤਾ ਮਾਤਾ ਨਾਨਕੀ ਜੀ ਹੋਏ ਨੇ, ਹਾਂਜੀ, ਮਾਤਾ ਗੁਜਰ ਕੌਰ। ਹੁਣ ਦੇਖੋ ਮਾਤਾ ਔਰ ਇਹ ਪਰਿਵਾਰ ਤਾਂ ਉਹ ਪਰਿਵਾਰ ਸੀ ਉੱਥੋਂ ਤੁਰਿਆ ਹੁੰਦਾ ਕਿ ਜਿਸ ਟਾਈਮ ਮਾਤਾ ਭਾਨੀ ਜੀ ਦਾ, ਮਾਤਾ ਭਾਨੀ ਜੀ ਤੋਂ ਲੈ ਲਓ ਕਿ ਮਾਤਾ ਭਾਨੀ ਜੀ ਦਾ ਜਨਮ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਹੁੰਦਾ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਜਿਹੜਾ ਗੁਰੂ ਅਮਰਦਾਸ ਜੀ ਬਚਪਨਾ ਵਿੱਚ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰਿਹਾ ਹੈ। ਤੇ ਉਸ ਕਹਿਣ ਦਾ ਭਾਵ ਹੈ ਇਹ ਉੱਥੋਂ ਤੁਰੀ ਆਉਂਦੀ ਸੀ ਚੇਨ, ਜਿਹੜੀ ਹੈ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੱਕ ਜਿਹੜੀ ਚੇਨ ਪਹੁੰਚੀ ਹੈ ਇਹ ਉੱਥੋਂ ਤੁਰੀ ਆਉਂਦੀ। ਇਹਦੇ ਵਿੱਚ ਇਹ ਕਿ ਵੀ ਉਹਨਾਂ ਦੇ ਸੰਸਕਾਰ ਉੱਥੋਂ ਹੀ ਤੁਰੇ ਆਉਂਦੇ ਸਨ ਚੰਗੇ। ਸੋ ਜਿਹੜਾ ਸਮੁੱਚਾ ਸੀਗਾ ਇਹਨਾਂ ਮਾਤਾਵਾਂ ਦਾ ਰੋਲ, ਜਿਹੜਾ ਸਮੁੱਚਾ ਮਾਤਾਵਾਂ ਦਾ ਰੋਲ ਸੀਗਾ ਮਾਤਾ ਗੁਜਰੀ ਦੇ ਥਰੂ ਹੁੰਦਾ ਹੋਇਆ, ਉਹ ਜਿਹੜੇ ਸਾਡੇ ਸਾਹਿਬਜ਼ਾਦੇ ਸੀ ਉਹਨਾਂ ਦੀ ਸਪੋਰਟ ਬਣਿਆ। ਹਾਂਜੀ, ਕਿਉਂਕਿ ਇਹ ਜਿਹੜਾ ਆਮ ਤੌਰ ਤੇ ਸਾਡੇ ਕੀ ਆ, ਅਸੀਂ ਆਦਮੀਆਂ ਦੀ ਤਾਂ ਗੱਲਾਂ ਕਰਦੇ ਆ, ਮਾਤਾਵਾਂ ਨੂੰ ਜਿਹੜੀ ਸ਼ਰਧਾਂਜਲੀ ਬੜੀ ਘੱਟ ਦਿੱਤੀ ਜਾਂਦੀ ਹੈ। ਹਾਂਜੀ, ਬਿਲਕੁਲ ਸਹੀ। ਉਹਨਾਂ ਦੀ ਜਿਹੜੀ ਗਾ ਉਹਨਾਂ ਸਿਰਫ ਚੌਂਕੇ ਚੁੱਲ੍ਹੇ ਤਾਂ ਹੀ ਰੱਖੀਦਾ, ਪਰ ਜਿਹੜੇ ਉਹਨਾਂ ਦੇ ਅਸਲੀ ਰੋਲ ਨੇ ਜਿਹੜੇ ਇਸ ਤਰ੍ਹਾਂ ਦੇ ਆਪਾਂ ਹੁਣ ਜਿਹਦੀ ਗੱਲ ਕਰ ਰਹੇ ਆ, ਉਹਨਾਂ ਦੀ ਬਹੁਤ ਘੱਟ ਗੱਲਬਾਤ ਹੁੰਦੀ ਹੈ, ਵਿਆਖਿਆ ਹੁੰਦੀ ਹੈ ਜਾਂ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਉਹਨਾਂ ਨੂੰ ਯਾਦ ਕਰਕੇ। ਹੈ ਜੀ, ਹਾਂਜੀ। ਨਤੀਜਾ ਕੀ ਨਿਕਲਦਾ ਕਿ ਜਿਹੜੇ ਸਾਡੀਆਂ ਲੜਕੀਆਂ ਨੇ, ਹਾਂਜੀ, ਉਹਨਾਂ ਲਈ ਰੋਲ ਮਾਡਲ ਕੋਈ ਨਹੀਂ ਹੈ। ਉਹਦਾ ਰੀਜ਼ਨ ਇਹੀ ਹੈ। ਹਾਂਜੀ, ਅਸੀਂ ਉਹਨਾਂ ਨੂੰ ਨਹੀਂ ਇਹਨਾਂ ਚੀਜ਼ਾਂ ਨੂੰ ਵਿਚਾਰਾਂਗੇ। ਹਾਂਜੀ, ਦੇਖੋ ਆਪ ਜੀ ਨੇ ਬਹੁਤ ਸੋਹਣੀ ਗੱਲ ਕੀਤੀ, ਬਹੁਤ ਸੋਹਣੀ। ਹਾਲਾਂਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਹੁਤ ਵੱਡੇ ਮਹੱਤਤਾ ਦਿੱਤੀ ਹੈ ਮਾਤਾ ਨੂੰ। ਉਹਨਾਂ ਨੇ ਇਹ ਇਸੇ ਕਰਕੇ, ਕਿਉਂਕਿ ਸਤਿਗੁਰੂ ਦੇ ਸਮੇਂ ਤੇ ਵੀ ਇਹ ਗੱਲਾਂ ਹੋ ਰਹੀਆਂ ਸਨ ਜਿਹੜੀ ਅੱਜ ਹੈਗੀਆਂ ਨੇ, ਤਾਂ ਹੀ ਸਤਿਗੁਰੂ ਨੂੰ ਕਹਿਣਾ ਪਿਆ ਸੀ ਵੀ ਸੋ ਕਿਉਂ ਮੰਦਾ ਆਖੇ ਜਿਤ ਜੰਮੈ ਰਾਜਾਨ। ਕਹਿੰਦਾ ਭਾਵ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਇਹ ਘਾਟ ਸਮਝੀ ਸੀ ਕਿ ਇੱਕ ਇਸਤਰੀ ਜਾਤੀ ਨੂੰ ਮਾਣ ਨਹੀਂ ਦਿੱਤਾ ਜਾ ਰਿਹਾ
ਤੇ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਪੂਰਾ ਸ਼ਬਦ ਉਚਾਰਨ ਕਰਕੇ ਅੰਤ ਵਿੱਚ ਇਹ ਕਹਿ ਦਿੱਤਾ ਸੀ ਕਿ ਵਿਸ਼ੋ ਕੇ ਮੰਦਾ ਆਖੀ ਜੱਜਾ ਮੈਂ ਰਾਜਾ। ਜਿਹੜੇ ਰਾਜੇ ਮਹਾਰਾਜਾ ਨੂੰ ਜਨਮ ਦੇ ਸਕਦੀ ਹੈ, ਜਿਹੜੇ ਵੱਡੇ ਵੱਡੇ ਪੀਰ ਬਣਾ ਸਕਦੀ, ਭਗਤ ਬਣਾ ਸਕਦੀ ਹੈ, ਉਹਨਾਂ ਨੂੰ ਸਨਮਾਨ ਕਿਉਂ ਨਾ ਦਿੱਤਾ ਜਾਵੇ। ਭਾਵੇਂ ਉਹ ਤੁਲਸੀਦਾਸ ਜੀ ਦੀ ਗੱਲ ਹੈਗੀ ਹੈ ਕਿ ਵੀ ਜਨਨੀ ਜਨ ਤੇ ਭਗਤ ਜਨ ਕਹਿ ਦਾਤਾ ਕੈ ਸੂਰ ਨਾ ਹੈ ਤੇ ਜਨਨੀ ਬਾਂਝ ਰਹੋ ਕਾਹੇ ਗਵਾਵੇ ਨੂੰ। ਹੁਣ ਉਹਦੇ ਵਿੱਚ ਮਾਤਾ ਦਾ ਹੀ ਜ਼ਿਕਰ ਕੀਤਾ ਹੈ। ਰਾਈਟ, ਪਰ ਮੇਰਾ ਕਹਿਣ ਦਾ ਭਾਵ ਮਹਾਰਾਜ ਨੇ ਤਾਂ ਜ਼ਿਕਰ ਕਰਤਾ, ਹਾਂਜੀ ਪਰ ਜਿਹੜੀ ਸਾਡੀ ਸੁਸਾਇਟੀ ਹੈ ਹਾਂਜੀ ਉਹ ਨਹੀਂ ਨਾ ਉਹਨਾਂ ਨੂੰ ਲੈ ਕੇ ਆਉਂਦੀ ਅੱਗੇ। ਦੇਖੋ ਹੁਣ ਜਿਵੇਂ ਘਰਾਂ ਦੇ ਵਿੱਚ ਫੀਮੇਲ ਇਨਫੈਂਟੀਸਾਈਡ, ਜਿਹੜਾ ਬੱਚੇ ਦਾ ਅਬੋਰਸ਼ਨ ਕਰਾਉਂਦੀ ਆ ਕੁੜੀਆਂ ਦੀ, ਜੀ ਉਹ ਜਾਂ ਜਿਹੜੀ ਹੈਗੀ ਆ ਡੌਰੀ ਦੀਆਂ ਲੜਾਈਆਂ ਵਗੈਰਾ ਹੁੰਦੀਆਂ, ਉਹਨਾਂ ਨਾਲ ਸਾੜ ਦਿੰਦੇ ਆ ਜਿਉਂਦੀਆਂ ਕੁੜੀਆਂ ਨੂੰ। ਹਾਂਜੀ ਹਾਂਜੀ ਬਿਲਕੁਲ, ਬਹੁਤ ਕੇਸ ਆ ਰਹੇ ਨੇ, ਅੱਜ ਵੀ ਹੋ ਰਹੇ ਨੇ, ਬਿਲਕੁਲ ਅੱਜ ਵੀ ਹੋ ਰਹੇ ਨੇ। ਹਾਂਜੀ, ਤੇ ਬਾਵਜੂਦ ਇਹ ਗੱਲਾਂ ਅਸੀਂ ਕਰਨ ਦੇ ਬਈ ਸੋ ਕਿਉ ਬੰਦਾ ਆਖਿਆ ਜਿੱਦ ਜੰਮਿਆ ਰਾਜਾਨ, ਪਰ ਸਾਡਾ ਜਿਹੜਾ ਕਿਰਦਾਰ ਹੈ ਉਹਦੇ ਕੋਈ ਫਰਕ ਨਹੀਂ ਆਇਆ। ਤੇ ਇੱਥੋਂ ਤੱਕ ਕਿ ਇਹ ਜਿਹੜੀਆਂ ਗਲਤੀਆਂ ਨੇ ਵੱਡੇ ਵੱਡੇ ਜਥੇਦਾਰਾਂ ਤੇ ਵੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਬੀਬੀ ਜਗੀਰ ਕੌਰ ਸੀਗੀ, ਉਹਨਾਂ ਤਾਂ ਵੀ ਹੁੰਦੀਆਂ ਗਈਆਂ ਨੇ। ਬਿਲਕੁਲ ਠੀਕ ਹੈ। ਨਾਲੇ ਪਹਿਲਾਂ ਸੀਗੀ, ਨਾਲੇ ਹੁਣ ਵੀ ਹੈਗੇ ਨੇ ਜਿਹੜੇ ਹੁਣ ਫਿਰ ਥੱਪ ਦਿੱਤੇ ਨੇ ਪ੍ਰਧਾਨ, ਕਹਿਣ ਦਾ ਮਤਲਬ ਇਹ ਹੈ। ਹਾਂਜੀ, ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਵੀ ਜੇ ਅਸੀਂ ਉਹਨਾਂ ਦੀ ਗੱਲਬਾਤ ਜਿਹੜੀ ਨਹੀਂ ਅੱਗੇ ਲੈ ਕੇ ਆਉਂਦੇ ਤੇ ਉਹਨਾਂ ਦਾ ਸਤਿਕਾਰ ਨਹੀਂ ਬਣਾਉਂਦੇ ਪ੍ਰੈਕਟੀਕਲ ਤੌਰ ਤੇ, ਜਿਹੜੀਆਂ ਸਾਡੀਆਂ ਗੁਰਸਿੱਖ ਬੀਬੀਆਂ ਹੋਈਆਂ ਨੇ ਲੈ ਕੇ ਬੇਬੇ ਨਾਨਕੀ ਤੋਂ ਔਨਵਰਡਸ, ਹਾਂਜੀ 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 ਮਾਤਾ ਤ੍ਰਿਪਤਾ ਤੋਂ ਲੈ ਕੇ, ਤੇ ਉਹਨਾਂ ਦੀ ਜਿੰਨਾ ਚਿਰ ਅਸੀਂ ਗੱਲਬਾਤ ਨਹੀਂ ਬਣਾਉਂਦੇ, ਹਾਂਜੀ ਬਾਕੀ ਬਥੇਰੇ ਕਿਸਮ ਦੇ ਗੁਰਪੁਰਬ ਹੁੰਦੇ ਨੇ, ਸਾਰਾ ਕੁਝ ਹੁੰਦਾ, ਪਰ ਉਹਨਾਂ ਦੀ ਕਦੇ ਨਹੀਂ ਮਨਾਈ ਗਈ ਕਿ ਉਹਨਾਂ ਦੇ ਰੋਲ ਨਾਲ ਕਿਵੇਂ ਜਿਹੜੇ ਬੱਚੇ ਨੇ ਜਿਹੜਾ ਸਾਡਾ ਧਰਮ ਪ੍ਰਫੁੱਲਤ ਹੋਊਗਾ, ਬੱਚਿਆਂ ਦੇ ਵਿੱਚ ਚੰਗੀਆਂ ਆਦਤਾਂ ਬਣਨਗੀਆਂ, ਚੰਗੇ ਜੀਵਨ ਬਣਨਗੇ, ਤੇ ਫਿਰ ਉਹਦੇ ਵਿੱਚੋਂ ਕੌਮੀ ਹੀਰੇ ਜਿਹੜੇ ਨੇ ਜੀ ਉਹ ਤਾਂ ਕੋਈ ਮਨੀ ਸਿੰਘ ਪੈਦਾ ਹੋਵੇਗਾ, ਤਾਂ ਕੋਈ ਬਾਬਾ ਦੀਪ ਸਿੰਘ ਪੈਦਾ ਹੋਊਗਾ ਉਹਨਾਂ ਵਿੱਚੋਂ, ਕਿਉਂਕਿ ਉਹ ਮਾਤਾ ਦੇ ਜਿਗਰੇ ਉਹੀ ਸੀ ਨਾ, ਕਿ ਮਾਤਾ ਵੀ ਇਹੋ ਜਿਹੇ ਸਨ। ਪਰ ਅੱਜ ਮਾਂ ਨੂੰ ਕਿਹਾ, ਬਿਲਕੁਲ ਤੁਹਾਡੇ ਨਾਲ ਮੈਂ ਸਹਿਮਤ ਹਾਂ ਇਸ ਗੱਲ ਤੇ, ਕਿ ਅਸੀਂ ਗੁਰਬਾਣੀ ਦੀ ਤੁਕ ਤਾਂ ਪੜ੍ਹ ਕੇ ਸੁਣਾ ਵੀ ਦਿੰਦੇ ਹਾਂ, ਔਰ ਸੁਣਨ ਵਾਲੇ ਸੁਣ ਵੀ ਲੈਂਦੇ ਨੇ, ਪਰ ਉਹ ਜਿਹੜੀ ਪਾਵਰ ਹੈਗੀ ਉਹ ਵੱਡਿਆਂ ਦੇ ਹੱਥ ਵਿੱਚ ਹੈ, ਜਿਹੜੀ ਸਾਡੇ ਤੁਹਾਡੇ ਹੱਥ ਵਿੱਚ ਨਹੀਂ ਹੈ। ਸੌਰੀ। ਹਾਂਜੀ, ਪਰ ਉਹ ਪਾਵਰ ਪੈਦਾ ਕਰਨ ਦੇ ਲਈ ਹਾਂਜੀ ਸਾਨੂੰ ਜਿਹੜੇ ਕੀਰਤਨ ਕਰਨ ਵਾਲੇ ਬੰਦੇ ਨੇ, ਕਥਾ ਕਰਨ ਵਾਲੇ ਆ, ਹਾਂਜੀ, ਜਾਂ ਜਿਹੜੇ ਸਾਡੇ ਇਸ ਤਰ੍ਹਾਂ ਜਿਵੇਂ ਆਪਾਂ ਗੱਲਾਂ ਬਾਤਾਂ ਕਰ ਰਹੇ ਆ, ਇਹਨਾਂ 'ਚ ਜਿੰਨਾ ਚਿਰ ਅਸੀਂ ਇਹੋ ਜਿਹੇ ਪੁਆਇੰਟ ਜਿਹੜੇ ਆ ਇਹਨਾਂ ਨੂੰ ਡਿਸਕਸ ਨਹੀਂ ਕਰਾਂਗੇ, ਹਾਂਜੀ ਈਵਨ ਅੰਮ੍ਰਿਤ ਛਕਾਉਣ ਮੌਕੇ ਲੋਕ ਕਿਹਾ ਜਾਂਦਾ ਹੈ ਬਈ ਕੁੜੀ ਮਾਰ ਨੜੀ ਮਾਰ, ਇਸ ਤਰ੍ਹਾਂ ਬਈ ਉਹਨਾਂ ਨਾਲ ਰਿਸ਼ਤੇਦਾਰੀ ਨਹੀਂ ਕਰਨੀ ਹੈ ਜੀ ਉਹਨਾਂ ਦਾ, ਤੇ ਫਿਰ ਵੀ ਮਤਲਬ ਅਸੀਂ ਉਹ ਕਰੀ ਜਾਂਦੇ ਆ। ਅੰਮ੍ਰਿਤ ਛਕਣ ਤੋਂ ਬਾਅਦ ਫਿਰ ਵੀ ਉਹੀ ਗੱਲਾਂ ਹੋਈ ਜਾਂਦੀਆਂ ਨੇ। ਮਤਲਬ ਸਾਡਾ ਕੀ ਹੋ ਗਿਆ ਕਿ ਵੀ ਸਾਡੇ ਹਾਥੀ ਦੇ ਦੰਦ ਖਾਣ ਵਾਲੇ ਹੋਰ, ਦਿਖਾਉਣ ਵਾਲੇ ਹੋਰ, ਉਹ ਗੱਲ ਹੋ ਗਈ ਹੈ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਮੈਂ ਦੇਖੋ, ਮੈਂ ਤੇ ਇਸ ਕਰਕੇ ਹਰ ਥਾਂ ਤੇ ਮੈਂ ਸਟੇਜਾਂ ਤੇ ਵੀ ਇਹ ਬੇਨਤੀ ਕਰਨਾ ਹੁੰਦਾ ਕਿ ਪਹਿਲੀ ਗੱਲ ਤਾਂ ਜਦ ਸਤਿਗੁਰੂ ਨੇ ਸਾਨੂੰ ਇਕਵਲਤਾ ਦਿੱਤੀ ਹੈ, ਇੱਕੋ ਜੇ ਸਾਨੂੰ ਬਣਾਇਆ ਹੈ, ਇੱਕੋ ਜਿਹਾ ਕੀਤਾ, ਨਾ ਤਾਂ ਸਾਡੇ ਪੰਜ ਪਿਆਰਿਆਂ ਵਿੱਚ ਕੋਈ ਬੀਬੀ ਆਉਂਦੀ ਹੈ, ਹਾਂਜੀ ਕਿਉਂ ਨਹੀਂ ਆਉਣ ਦਿੰਦੇ, ਨਾ ਸਾਡੇ ਕਿਤੇ ਤਖਤ ਤੇ ਸਾਡੀ ਬੀਬੀ ਕੋਈ ਜਾ ਕੇ ਕੀਰਤਨ ਕਰ ਸਕਦੀ, ਨਾ ਹੁਕਮਨਾਮਾ ਲੈ ਸਕਦੀ, ਨਾ ਅਰਦਾਸ ਕਰ ਸਕਦੀ, ਕਿਉਂ ਨਹੀਂ ਕਰ ਸਕਦੀ? ਫਿਰ ਉਹ ਤੁਕ ਦਾ ਕੀ ਮਤਲਬ ਰਹਿ ਗਿਆ ਜੇ ਤੁਸੀਂ ਉਹਨਾਂ ਨੂੰ ਉੱਥੇ ਤੱਕ ਨਹੀਂ ਆਉਣ ਦਿੰਦੇ ਹੋ? ਆ ਪਿੱਛੇ ਜਿਹੜਾ ਪ੍ਰਸੰਗ ਕੰਟਰੋਵਰਸੀ ਹੋਈ ਸੀ, ਸ਼ਾਇਦ ਉਹ ਤੁਸੀਂ ਵੀ ਸੁਣੀ ਹੋਣੀ ਹੈ, ਕਿ ਹਾਂ ਬਈ ਇਸ ਕਰਕੇ ਬੀਬੀ ਨੂੰ ਜਾਣ ਦਿੱਤਾ ਜਾਂਦਾ, ਤਾਬਿਆਂ ਵਿੱਚ ਜਾਂ ਪਾਠ ਨਹੀਂ ਕਰਨ ਦਿੱਤਾ ਜਾਂਦਾ, ਤੇ ਉਹ ਜੇ ਸਮਾਂ ਨਾ ਆਵੇ 5 ਦਿਨਾਂ ਦਾ, ਤੇ ਤੁਸੀਂ ਕਿੱਥੋਂ ਆਉਣੀ ਸੀ? ਬਿਲਕੁਲ। ਨਾਲੇ ਦੇਖੋ ਜੀ, ਜੇ ਲੋਕਾਂ ਨੇ, ਅਸੀਂ ਕਹਿੰਦੇ ਆ ਵੀ ਉਹਨਾਂ ਨੇ ਬੁੱਤ ਪੂਜਾ ਨਹੀਂ ਛੱਡੀ, ਮਹਾਤਮਾ ਬੁੱਧ ਤੋਂ ਬਾਅਦ ਬੁੱਤ ਪੂਜਾ ਕਰਦੇ ਆ, ਮਹਾਤਮਾ ਬੁੱਧ ਜੀ ਨੇ ਕੁਝ ਹੋਰ ਕਿਹਾ। ਹਾਂਜੀ, ਇਵੇਂ ਜਿਹੜੇ ਭਗਤ ਨੇ ਰਵਿਦਾਸ ਜੀ ਜਾਂ ਕਬੀਰ ਜੀ, ਉਹਨਾਂ ਦੀ ਬੁੱਤ ਪੂਜਾ ਨਾਮਦੇਵ ਜੀ ਦੀ ਚੱਲ ਰਹੀ ਹੈ। ਹਾਂਜੀ, ਤੇ ਉਹੀ ਹਾਲ ਸਾਡਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਬੁੱਤ ਬਣਾ ਕੇ ਪੂਜਣ ਲੱਗ ਗਏ ਆ, ਤੇ ਜਿਹੜੀਆਂ ਸਾਡੀਆਂ ਮਾਈਆਂ, ਜਿਨ੍ਹਾਂ ਦੀਆਂ ਕੁਰਬਾਨੀਆਂ, ਜਿਨ੍ਹਾਂ ਨੇ ਇੰਨੇ ਕੀਤੇ ਹੋਏ ਨੇ, ਜਿਨ੍ਹਾਂ ਕਰਕੇ ਬੱਚਿਆਂ ਦੇ ਵਿੱਚ ਜਜ਼ਬਾ ਪੈਦਾ ਹੋਇਆ, ਉਹਨਾਂ ਨੂੰ ਅਸੀਂ ਵਿਸਾਰ ਦਿੱਤਾ। ਉਹਨਾਂ ਨੂੰ ਸਤਿਕਾਰ ਨਹੀਂ ਦਿੰਦੇ, ਉਹਨਾਂ ਨੂੰ ਰਿਸਪੈਕਟ ਦਿੰਦੇ ਨਹੀਂ, ਕਿਤੇ ਵੀ ਨਹੀਂ ਦਿੰਦੇ। ਬਿਲਕੁਲ ਠੀਕ ਹੈ, ਬਿਲਕੁਲ ਰਾਈਟ। ਹਾਂਜੀ, ਸੋ ਇਹਦੇ ਲਈ ਸਾਨੂੰ ਕੀ ਵਿਚਾਰ ਕਰਨਾ ਚਾਹੀਦਾ, ਕਿਸ ਤਰ੍ਹਾਂ ਦੇ ਮਤਲਬ ਕਰਨਾ ਚਾਹੀਦਾ? ਦੇਖੋ, ਅੱਜ ਸਭ ਤੋਂ ਵੱਡੀ ਘਾਟ ਹੈ, ਜਿੰਨੇ ਵੱਡੇ ਸਾਡੇ ਤਖਤਾਂ ਤੇ
ਜਿੰਨੇ ਆਗੂ ਬੈਠੇ ਨੇ ਉਹਨਾਂ ਨੂੰ ਤੁਸੀਂ ਕਈ ਵਾਰੀ ਭਾਵੇਂ ਦਾਸ ਨੇ ਪਰਸਨਲ ਵੀ ਉਹਨਾਂ ਨੂੰ ਬੇਨਤੀਆਂ ਕੀਤੀਆਂ, ਪਰ ਕੋਈ ਸਾਨੂੰ ਜਵਾਬ ਨਹੀਂ ਮਿਲਦਾ ਉਧਰੋਂ। ਇਹ ਤਾਂ ਸਾਨੂੰ ਸਾਰਿਆਂ ਨੂੰ ਹੀ, ਜਿੰਨੇ ਵੀ ਸਾਡੇ ਕੋਈ ਜਗਿਆਸੂ ਨੇ, ਜਿੰਨੇ ਵੀ ਸਾਡੇ ਕੋਈ ਲੈਕਚਰਾਰ ਨੇ ਜਾਂ ਕੋਈ ਕਥਾਵਾਚਕ ਨੇ ਜਾਂ ਕੋਈ ਢਾਡੀ ਸਿੰਘ ਹੈ, ਸਾਨੂੰ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਪਏਗਾ। ਡਾਕਟਰ ਸਾਹਿਬ ਵੀ ਤਾਂ ਤੁਹਾਡੇ ਵਰਗੇ ਕੋਈ ਪਤਵੰਤੇ ਸੱਜਣ ਕੋਈ ਇਸ ਤਰ੍ਹਾਂ ਦੇ ਕੋਈ ਉਪਰਾਲੇ ਕਰਨ, ਜਾਂ ਕੋਈ ਸੈਮੀਨਾਰ ਸਾਨੂੰ ਕਰਨੇ ਚਾਹੀਦੇ ਇਸ ਬਾਰੇ, ਜਿਨ੍ਹਾਂ ਵਿੱਚ ਸਗੋਂ I want to welcome some new people in here. ਉਹਨਾਂ ਦੀ ਚਲੀ ਗਈ, ਉਹਨਾਂ ਦਾ ਫੋਟੋ ਹੀ ਚਲੀ ਗਈ, ਇੱਥੇ ਆਈ ਸੀ ਵਿਦਿਆਰਥੀ ਕਰਕੇ ਕੁਛ ਨਾਂ ਸੀਗਾ ਉਹਨਾਂ ਦਾ। ਅੱਛਾ, ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੇ ਮੇਰੇ ਖਿਆਲ। ਅੱਛਾ ਜੀ, ਹਾਂਜੀ, ਆਪਣੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਭਾਈ ਸਾਹਿਬ ਆਰ ਕੇ ਵਿਦਿਆਰਥੀ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਿਦਿਆਰਥੀ ਜੀ, ਵੈਲਕਮ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਤੁਸੀਂ ਆਪਣੇ ਬਾਬਤ ਦੱਸੋ, ਸਾਡੇ ਗਰੁੱਪ ਨੂੰ ਆਪਣੇ ਬਾਬਤ ਦੱਸੋ ਜਰਾ। ਜੀ ਜੀ ਵਿਦਿਆਰਥੀ ਜੀ, ਤੁਸੀਂ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਤੁਸੀਂ? मैं इलाहाबाद यूपी से अभी नागपुर के लिए निकल रहा हूँ। मैं ट्रेन पर हूँ। अच्छा, आप ट्रेन पर हैं? अच्छा अच्छा, ये अभी ट्रेन में हो सकता है नेट की प्रॉब्लम आए। और अच्छा, सर कैसे हैं आप? बहुत बड़ी मेहरबानी। मेरे नाल विद्यार्थी जी, मेरे नाल है ज्ञानी गुरमीत सिंह होनी, वो भी मेरे नाल जुड़े हुए ने। तुसी विद्यार्थी जी, तुसी अपने बाबत दसो कुछ। हाँ जी सर, बोलिए, फिर से बोलिए सर। आप सतनामी ग्रुप से हैं? किस ग्रुप को बिलोंग करते हैं आप? हम बामसेब से हैं। हैं जी? हम बामसेब नामदेव बामसेब भाई, बामसेब। वो उसकी बाबत जरा आप जरा हमको वाकफियत है वो जरा। बामसेब मूल निवासी। मूल निवासी, अच्छा अच्छा, बामसेब मूल निवासी। अच्छा, हुण तो पता लग गया। क्यों मैनू विद्यार्थी जी, मैनू बहुत चिर हो गया बाहर अमेरिका च रहिंदे होए। हाँ जी हाँ जी, मैनू ये नवे जेड़े नाम ने ना, इन्हां दा पता नहीं है। जी हाँ जी। अच्छा, आप मूल निवासी हैं। अच्छा, जरा आप हमें वाकफियत दे मूल निवासियों की बाबत। जी जी, मैं यूपी इलाहाबाद से। हाँ जी, नेशनल एग्जीक्यूटिव मेंबर। अच्छा अच्छा, वेरी नाइस। ते आप क्या ये आपका कोई इसमें रिसर्च करते हैं या कैसे मूल निवासियों का कैसे आपका संबंध है उनसे? थैंक यू सर, थैंक यू। हम ट्रेन में हैं, हो सकता है कि बाधा हो, तो मैं चाहूँगा कि मेरा नंबर आप ले लें या आप अपना नंबर हमको भेजें, तो हम इत्मीनान से भी इस विषय पर बात करेंगे। फिलहाल हमारा मानना ये है कि जब इस देश में ये वर्ण व्यवस्था और जाति व्यवस्था का निर्माण नहीं हुआ था, तो ओवरऑल हम जो है इस देश में मूल निवासी थे, और उस निर्माण के बाद हम भिन्न भिन्न जातियों और वर्गों में बटे हैं। और आज भी क्या हम उस समय जब हम मूल निवासी थे, तो आज भी तो हम मूल निवासी हैं ना। लेकिन हमें हमारे ऊपर शासन करने वालों ने हमें भिन्न भिन्न जाति वर्गों में बांटकर टुकड़े टुकड़े किया, और आज हम उसका दंश झेल रहे हैं, आज हम उसकी पीड़ा सह रहे हैं। तो अगर हम एक अपनी गर्व करने वाली जो आइडेंटिटी है, पहचान है, तो इस गर्व करने वाली आइडेंटिटी को हम अगर अडॉप्ट करते हैं, तो ये होल ऑफ मेजॉरिटी विल बी वन। तो इस तरह से हम अपनी समस्या को हल कर सकते हैं। बिल्कुल ठीक है आपकी बात। जी सर।
तो अब ये एक चीज है जो हमको एक्सेप्ट करने में थोड़ी प्रॉब्लम हो रही है, क्योंकि हम एक लंबे अरसे से भिन्न भिन्न जाति वर्ग में बटे हुए हैं, जबकि ऐतिहासिक रूप से अगर हम देखें तो ये जाति वर्ग धर्म आदि के निर्माण के पहले हम इस देश के मूल निवासी लोग हैं। हाँ जी। जाति वर्ग धर्म का निर्माण तो बाद में हुआ है, और कई लोगों ने उसे अच्छे नजरिए से प्रमोट किया और कई लोगों ने अपनी चालाकी से उसको प्रमोट किया। तो आज चालाकी से जिन लोगों ने प्रमोट किया उनका वर्चस्व बना जा रहा है, और जिन लोगों ने उसे ईमानदारी से प्रमोट किया तो उनका वर्चस्व धीरे धीरे कम होता जा रहा है, क्योंकि हम ये महसूस करते हैं कि हमारी सोच जो है वो कुंद होती चली गई, और हाँ जी। हम अपना कुंद होती चली गई और हम अपना निजी बन के रह गए। तो जब निजी बन के रह गए तो आज हमारे सामने ये समस्या निर्माण हुई है सर। जी हाँ जी। जी सर। यू नो आपने बड़ा अच्छा इंट्रोडक्शन दिया अपने बैकग्राउंड का। मेरा नाम है कृपाल सिंह, डॉक्टर कृपाल जी सर। सिंह है, साथ मेरे ज्ञानी गुरमीत सिंह गरीब ते मेघराज सिंह को आप जानते हो? आप मेघराज सिंह को? नहीं, मेघराज सिंह को मैं फेसबुक से अच्छे से वाकिफ हूँ और इस पर हमारी इनकी मुलाकात होती रहती है। हम इन्हें लाइक करते हैं और ये हमें लाइक करते हैं, हाँ जी। तो उससे हमारी इनकी घनिष्ठता बनती चली गई। जी सर। हाँ हाँ जी, उनको आप कांटेक्ट करें, वो तुमको हम सबके टेलीफोन नंबर वगैरह दे देंगे। हाँ जी सर। जी। ते चलिए, थोड़ा कट कट के आवाज आ रही, क्योंकि ट्रेन में होने के कारण थोड़ा बाधित है। फिलहाल आपकी मैं सुन पा रहा हूँ। अच्छा ठीक है। हाँ जी। अच्छा ज्ञानी अच्छा, वो कुछ जो है वो भाषाभाषी के कारण हम एक दूसरे को भाषाभाषी के कारण कुछ शब्द आपके हमारे से समझ में नहीं आते हैं, तो नहीं, कुछ तो आ जाते हैं। हमें आपकी बात समझ आ रही है। जी सर। हमें आपकी बात समझ आ रही है। आर के विद्यार्थी जी, अगर आपने कुछ और भी बोलना है, हमें आपकी बात समझ आ रही है। जी जी जी। हाँ सर, कुछ आप बताइए ना हमें बताइए सर, क्या करना चाहिए? प्रेजेंट सिचुएशन इज वेरी डेंजरस सिचुएशन बिकॉज द होल ऑफ द constitutional institutions are hijacked by the Brahminical forces. Yeah. So we are suffering too much. हाँ जी, ये करेंगे कि विद्यार्थी जी हम स्पेशल प्रोग्राम करेंगे आपके लिए। आपके लिए स्पेशल प्रोग्राम करेंगे। आज का हमारा प्रोग्राम जरा छोटे साहबजादों की शहीदी बाबत है। ठीक है सर, आप चर्चा करें। हम उस चर्चा में अगर आप हमें एंट्री करते हैं तो हम शामिल रहेंगे, सुनेंगे आपको, और हम आपको किसी प्रकार का डिस्टर्ब नहीं करेंगे। हम कोऑपरेट करते हैं। जी सर। थैंक यू। अच्छा गुरमीत सिंह जी। हाँ जी। सो वी वर टॉकिंग अबाउट कि भाई सानू ਜਿਹੜੀ ਹੈ ਸਾਡੀਆਂ ਜਿਹੜੀਆਂ ਬੀਬੀਆਂ ਨੇ, ਜਿਹੜੀਆਂ ਸਾਡੀਆਂ ਔਰਤਾਂ ਨੇ ਸਮਾਜ ਦੇ ਵਿੱਚ, ਜੀ ਉਹਨਾਂ ਨੂੰ ਜੋ ਮਹਾਰਾਜ ਕਹਿ ਕੇ ਗਏ ਨੇ ਉਹ ਸੰਸਾਰ ਅਸੀਂ ਕਰ ਨਹੀਂ ਰਹੇ। हाँ, नहीं कर रहे, बिल्कुल नहीं कर रहे, बिल्कुल। ਉਹ ਨਾ ਕਰਨ ਕਰਕੇ ਜਿਹੜੀ ਸਾਡੀ ਹੈ ਡਿਕਲਾਈਨ ਆ ਰਿਹਾ, ਸਾਡੇ ਕੁਆਲਿਟੀ ਜਿਹੜੀ ਹੈ ਸਾਡੇ ਘਰਾਂ ਦੇ ਵਿੱਚ ਤੇ ਸਾਡੇ ਜਿਹੜੇ ਹੈਗੇ ਨੇ ਬੱਚਿਆਂ ਦੀ ਡਿਵੈਲਪਮੈਂਟ ਦੇ ਵਿੱਚ। हाँ जी, बिल्कुल। ਈਵਨ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਰੋਲ ਆ, ਕੋਈ ਕਿਤੇ ਸ਼ਬਦ ਪੜ੍ਹ ਲਏ ਜਾਂ ਕਿਤੇ ਉਹਨਾਂ ਨੇ ਪੰਜਾਬੀ ਵਗੈਰਾ ਦੀ ਕਲਾਸ ਲੈ ਲਈ ਜਾਂ ਉਹਨਾਂ ਨੇ ਲੰਗਰ ਦੇ ਵਿੱਚ, ਹੋਰ ਇਸ ਤੋਂ ਬਾਅਦ ਜ਼ਿਆਦਾ ਰੋਲ ਨਹੀਂ ਹੈ। ਇਸ ਤੋਂ ਵੱਧ ਉਹਨਾਂ ਦਾ ਕੋਈ ਰੋਲ ਨਹੀਂ। ਹਾਂ ਜੀ, ਕੋਈ ਰੋਲ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ, ਬਿਲਕੁਲ। ਹਾਂ ਜੀ, ਜਦੋਂ ਕਿ ਉਹਨਾਂ ਦੀ ਉਸੇ ਤਰ੍ਹਾਂ ਹੀ ਜਿਵੇਂ ਗੱਲਬਾਤ ਹੋਣੀ ਚਾਹੀਦੀ ਹੈ ਜਿਵੇਂ ਬਾਕੀ ਬੰਦਿਆਂ ਦੀ ਹੈ।
ਹਾਂਜੀ ਡਾਕਟਰ ਸਾਹਿਬ, ਜਿਵੇਂ ਦਾਸ ਨੇ ਪਹਿਲੇ ਬੇਨਤੀ ਕੀਤੀ ਹੈ ਕਿ ਇਹ ਠੀਕ ਹੈ, ਤੁਸੀਂ ਆਪਾਂ ਗੱਲਾਂ ਕਰਦੇ ਹਾਂ, ਬਹੁਤ ਅੱਛੀ ਗੱਲ ਹੈ, ਕਰਨੀ ਚਾਹੀਦੀ ਹੈ। ਜਿੰਨੇ ਕੋਈ ਆਪਾਂ ਨੂੰ ਧਿਆਨ ਆਉਂਦਾ, ਆਪਾਂ ਨੂੰ ਜਾਗਣਾ ਚਾਹੀਦਾ, ਚੰਗੀ ਗੱਲ ਹੈ। ਪਰ ਮੈਂ ਇੱਕ ਬੇਨਤੀ ਇਹ ਕਰਦਾ ਕਿ ਪਹਿਲਾਂ ਨਾਲੋਂ ਥੋੜਾ ਜਿਹਾ ਹੈ ਜੇ ਜਾਗਰਤੀ ਹੈ, ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਫੀਲ ਕੀਤਾ ਹੋਵੇਗਾ। ਜਿੱਦਾਂ ਹੁਣ ਪਹਿਲਾਂ ਕਥਾਵਾਚਕ ਬੀਬੀਆਂ ਨਹੀਂ ਸੀ ਆਉਂਦੀਆਂ, ਹਾਂਜੀ ਹੁਣ ਕੁਝ ਕੁ ਬੀਬੀਆਂ ਉਹ ਸਾਡੇ ਬੱਚਿਆਂ ਦੇ ਸਮਾਨ ਨੇ, ਕੁਝ ਕੁ ਬੀਬੀਆਂ ਹੁਣ ਅੱਗੇ ਆਈਆਂ ਜੋ ਕਥਾਵਾਚਕ ਦੇ ਰੂਪ ਵਿੱਚ ਆ ਰਹੀਆਂ ਨੇ ਸਟੇਜਾਂ ਤੇ, ਔਰ ਬਹੁਤ ਸੋਹਣਾ ਉਪਰਾਲਾ ਹੈ। ਉਹ ਭਾਵੇਂ ਮਿਸ਼ਨਰੀ ਕਾਲਜ ਦੇ ਥਰੂ ਹੋ ਰਿਹਾ ਹੈ, ਜਾਂ ਭਾਵੇਂ ਉਹ ਕੋਈ ਬਾਬਾ ਜੀ ਕੋਈ ਹੋਰ, ਜਿਵੇਂ ਬੜੂ ਸਾਹਿਬ ਲਾ ਲਓ ਜਾਂ ਕੋਈ ਵੀ ਲਾ ਲਓ, ਚਲੋ ਮੈਂ ਇਸ ਗੱਲ ਦੇ ਇਸ ਪਾਸੇ ਨਹੀਂ ਆਉਂਦਾ, ਪਰ ਉਹ ਇਹ ਬਹੁਤ ਵਧੀਆ ਉਪਰਾਲੇ ਜਿਹੜੇ ਬੱਚੀਆਂ ਨੂੰ ਇਸ ਪਾਸੇ ਲਿਆਂਦਾ ਜਾ ਰਿਹਾ ਤਾਂ ਕਿ ਉਹਨਾਂ ਦਾ ਮਨੋਬਲ ਤਕੜਾ ਹੋਵੇ। ਰਾਈਟ, ਹਾਂਜੀ ਇਹ ਗੱਲ ਠੀਕ ਹੈ ਤੁਹਾਡੀ। ਬੇਸਿਕ ਸਭ ਸਿੱਖੀ ਜੇ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਹੈ ਨੇ ਜਿਨ੍ਹਾਂ ਵਿੱਚ ਬੀਬੀਆਂ ਨੂੰ ਅੱਗੇ ਲਿਆਂਦਾ ਜਾ ਰਿਹਾ। ਮੈਂ ਵੀ ਮੈਂ ਫਲੋਰੀਡਾ ਦੇ ਏਰੀਆ ਦੇ ਵਿੱਚ ਰਹਿੰਦਾ, ਅਸੀਂ ਵੀ ਇੱਥੇ ਕੋਸ਼ਿਸ਼ ਕਰਦੇ ਹਾਂ ਕਿ ਬੀਬੀਆਂ ਨੂੰ ਵੱਧ ਤੋਂ ਵੱਧ ਲਿਆਂਦਾ ਜਾਵੇ ਅੱਗੇ। ਜੀ ਬਿਲਕੁਲ ਸਹੀ ਗੱਲ ਹੈ। ਤੇ ਕਿਉਂਕਿ ਕਿਤੇ ਤਾਂ ਸ਼ੁਰੂਆਤ ਹੋਣੀ ਹੈ ਨਾ, ਜਿੱਥੇ ਵੀ ਸ਼ੁਰੂਆਤ ਅਸੀਂ ਕਰਦੇ ਹਾਂ ਉੱਥੋਂ ਹੌਲੀ ਹੌਲੀ ਉਹ ਪ੍ਰਫੁੱਲਤ ਕਰੇਗੀ ਚੀਜ਼। ਹਾਂਜੀ ਡਾਕਟਰ ਸਾਹਿਬ, ਤੁਸੀਂ ਸ਼ਾਇਦ ਜਾਣਦੇ ਹੋਵੋਗੇ ਤੇ ਇਹ ਗੱਲ ਮੈਂ ਤੁਹਾਨੂੰ ਡਾਕਟਰ ਸਾਹਿਬ, ਹਾਂਜੀ ਮੈਂ ਤੁਹਾਨੂੰ ਉਹ ਬੇਨਤੀ ਕਰ ਰਿਹਾ ਕਿ ਇਹ ਅੱਜ ਤੋਂ ਮੇਰਾ ਖਿਆਲ ਹੈ ਕਿ 35-40 ਸਾਲ ਪਹਿਲੇ ਦਾਸ ਨੇ ਕੋਈ ਢਾਡੀ ਜਥਾ ਨਹੀਂ ਸੀ ਦੇਖਿਆ ਸੀ ਬੀਬੀਆਂ ਦਾ। ਹਾਂਜੀ ਪਹਿਲਾ ਜਥਾ ਦਾਸ ਨੇ ਦੇਖਿਆ ਜਿਹੜਾ ਨਾਭੇ ਵਾਲੀ ਬੀਬੀਆਂ ਆਈਆਂ ਸਨ, ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਊ। ਹਾਂਜੀ ਸੁਣਿਆ ਜੀ, ਮੈਂ ਮਿਲਿਆ ਉਹਨਾਂ ਨੂੰ। ਹਾਂਜੀ ਦਾਸ ਉਹਨਾਂ ਦੇ ਨਾਲ ਕਈ ਵਾਰੀ ਸਟੇਜ ਤੇ ਕਰਦੇ ਨੇ। 1984 ਵਿੱਚ ਦਾਸ ਕਈ ਵਾਰੀ ਸਟੇਜ ਤੇ ਇਕੱਠੇ ਹੁੰਦੇ ਰਹੇ ਆ, ਤੇ ਉਸ ਤੋਂ ਬਾਅਦ ਕਾਫੀ ਢਾਡੀ ਜਥੇ ਸਿੱਖ ਜਗਤ ਵਿੱਚ ਪ੍ਰਸਿੱਧ ਚੰਗੇ ਢਾਡੀ ਜਥੇ ਆਏ, ਭਾਵੇਂ ਨਾਭੇ ਵਾਲੀ ਬੀਬੀਆਂ, ਕੋਈ ਭਾਵੇਂ ਬਲਜੀਤ ਕੌਰ ਤਲਵਾੜਾ ਕੀਰਤਨੀ ਜਥਾ ਬਹੁਤ ਵਧੀਆ ਭੈਣ ਜੀ ਕੀਰਤਨ ਕਰਦੇ ਨੇ ਉਹ ਵੀ, ਤੇ ਹੋਰ ਕਈ ਕਥਾਵਾਚਕ ਬੀਬੀਆਂ ਆਈਆਂ ਨੇ। ਹੁਣ ਤਾਂ ਜਥੇ ਬਹੁਤ ਆ ਗਏ ਨੇ, ਪਰ ਇਹ ਹੌਲੀ ਹੌਲੀ ਜਾਗਰਤੀ ਆਊਗੀ, ਔਰ ਕੋਈ ਟਾਈਮ ਐਸਾ ਆਊਗਾ ਕਿ ਜਿਨ੍ਹਾਂ ਨੇ ਉਹਨਾਂ ਬੀਬੀਆਂ ਨੂੰ ਉੱਥੇ ਤੱਕ ਸੀਮਤ ਰੱਖਿਆ ਸੀ, ਇਹ ਵੱਡੇ ਜਿਹੜੇ ਜਿੰਨੇ ਵੀ ਅੰਦੋਲਨ ਹੁੰਦੇ ਜਾਂ ਜਿੱਦਾਂ ਵੀ ਜਾਗਰਤੀ ਆਉਂਦੀ ਹੈ, ਇਹ ਉਹ ਜਾਲ ਟੁੱਟਣਗੇ ਜਿਹੜੇ ਵੱਡੇ ਲੋਕਾਂ ਨੇ ਉਹ ਜਾਲ ਬਣਾਏ ਹੋਏ ਨੇ ਕਿ ਵੀ ਬੀਬੀਆਂ ਨੂੰ ਉੱਥੇ ਨਹੀਂ ਬਹਿਣ ਦੇਣਾ, ਬੀਬੀਆਂ ਨੂੰ ਹੁਕਮਨਾਮਾ ਨਹੀਂ ਲੈ ਸਕਦੀ, ਬੀਬੀਆਂ ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀ। ਜਿਸ ਦਰਬਾਰ ਸਾਹਿਬ ਦੇ 4 ਦਰਵਾਜ਼ੇ ਹੋਰ ਲੋਕਾਂ ਵਾਸਤੇ ਰੱਖੇ ਜਾ ਸਕਦੇ ਨੇ, ਤੇ ਉਹਦੇ ਚ ਬੀਬੀਆਂ ਨੂੰ ਕਿਉਂ ਨਹੀਂ ਉੱਥੇ ਆਦਰ ਮਾਣ ਦਿੱਤਾ ਜਾ ਸਕਦਾ ਕੀਰਤਨ ਵਾਸਤੇ? ਬਿਲਕੁਲ ਠੀਕ ਹੈ ਤੁਹਾਡੀ ਗੱਲ। ਸੋ ਉੱਥੋਂ ਫਿਰ ਸਾਨੂੰ ਇਹ ਸਬਕ ਮਿਲਦਾ ਹੈ ਜੀ ਵੀ ਜਿਹੜਾ ਸਾਡੇ ਜਜ਼ਬਾ ਜਿਹੜਾ ਸਾਡੇ ਸਾਹਿਬਜ਼ਾਦਿਆਂ ਦੇ ਵਿੱਚ ਸੀਗਾ, ਗੁਰੂ ਸਾਹਿਬ ਵੱਲੋਂ ਤਾਂ ਸੀਗਾ ਹੀ, ਪਰ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਜਿਹੜੇ ਗੁਰੂ ਸਾਹਿਬ ਦੇ ਜਿਵੇਂ ਬੀਬੀ ਪਾਣੀ ਤੋਂ ਲੈ ਕੇ ਜਿਹੜਾ ਇਤਿਹਾਸ ਸੀਗਾ, ਤੇ ਜਿਹੜਾ ਮਾਤਾ ਗੁਜਰੀ ਤੇ ਮਾਤਾ ਜੀ ਹੈ ਜੀ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਬਾਕੀ ਰਿਸ਼ਤੇਦਾਰਾਂ ਤੋਂ, ਉਹਨਾਂ ਤੋਂ ਸਾਰਿਆਂ ਦੇ ਸਮੁੱਚੇ ਰੂਪ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਕਰਾਮਾਤ ਹੈ ਇੱਕ ਕਿਸਮ ਦੀ, ਸਮਝੋ ਕਿ ਵੀ ਉਹਨਾਂ ਦੇ ਵਿੱਚ ਬਾਵਜੂਦ ਇੰਨੀ ਲਾਲਚ ਦੇਣ ਦੇ ਬਾਵਜੂਦ ਇੰਨੀ ਉਹਨਾਂ ਨੂੰ ਤਕਲੀਫਾਂ ਹੋਣ ਦੇ, ਉਹਨਾਂ ਨੇ ਜਿਹੜਾ ਆਪਣਾ ਸੀਗਾ ਮਿਸ਼ਨ ਕਿ ਵੀ ਅਸੀਂ ਮਨੁੱਖਤਾ ਦੇ ਭਲੇ ਦੇ ਲਈ ਸਭ ਕੁਝ ਕੁਰਬਾਨ ਕਰ ਦੇਣਾ, ਮਹਾਰਾਜ ਦੇ ਫਿਲਾਸਫੀ ਤੇ ਚੱਲਦਿਆਂ ਹੋਇਆਂ, ਇਹ ਸਾਡੇ ਲਈ ਚਾਨਣ ਬਣਾ ਰਿਹਾ। ਉਹੀ ਚਾਨਣ ਮਨਾਰਾ ਜਿਹੜਾ ਇਸ ਵਕਤ ਜਿਹੜਾ ਜਿਵੇਂ ਹੁਣ ਤੁਸੀਂ ਫਾਰਮਰ ਦੀ ਐਜੀਟੇਸ਼ਨ ਹੋ ਰਹੀ ਹੈ ਦਿੱਲੀ ਦੇ ਵਿੱਚ, ਦੇਖੋ ਕਿ ਔਰਤਾਂ ਵੀ ਉਹਦੇ ਵਿੱਚ ਲੱਗੀਆਂ ਨੇ, ਬੱਚੇ ਵੀ ਨੇ, ਬੁੱਢੇ ਵੀ ਨੇ, ਸਾਰੇ ਮਿਲ ਕੇ ਜਿਹੜੇ ਨੇ ਐਡਵਾਂਸ ਕਰ ਰਹੇ ਨੇ ਪ੍ਰੋਗਰਾਮ ਨੂੰ। ਇੱਕ ਕਿਸਮ ਦੀ ਜਿਹੜੀ ਸਾਡੀ ਹਿਸਟਰੀ ਰਿਪੀਟ ਹੋ ਰਹੀ ਹੈ। ਕੀ ਖਿਆਲ ਹੈ? ਬਿਲਕੁਲ ਠੀਕ। ਹਾਂਜੀ, ਤੇ ਉਹਦੇ ਨਾਲ ਬਾਕੀ ਦੀਆਂ ਜਿਹੜੀ ਕੌਮਾਂ ਨੇ, ਬਾਕੀ ਜਿਹੜੇ ਸੂਬੇ ਆ, ਉਹਨਾਂ ਦੇ ਲੋਕਾਂ ਤੇ ਵੀ ਅਸਰ ਪੈ ਰਿਹਾ ਕਿ ਵੀ ਦੇਖੋ ਪੰਜਾਬ ਦੇ ਜਿਹੜੇ ਹੈਗੇ ਆਦਮੀ, ਔਰਤਾਂ, ਬੱਚੇ ਇੰਨੇ ਬਾਹਰ ਆ ਰਹੇ ਨੇ, ਅਸੀਂ ਆਪਣੇ ਨੂੰ ਕਿਉਂ ਨਾ ਅੱਗੇ ਲੈ ਕੇ ਜਾਈਏ। ਕੱਲ ਦੀ ਸ਼ਾਇਦ ਤੁਸੀਂ ਇੱਕ ਵੀਡੀਓ ਦੇਖੀ ਹੋਵੇਗੀ ਉੱਥੇ ਕਿਸਾਨ ਮੋਰਚੇ ਦੀ, ਉਹਦੇ ਵਿੱਚ ਇੱਕ ਪੰਜਾਬੀ ਬੀਬੀ ਹੈ, ਉਹਨੇ ਦਸਤਾਰ ਸਜਾਈ ਹਰੇ ਕਲਰ ਦੀ ਸਿਰ ਤੇ। ਹਾਂਜੀ, ਉਹ 2-3 ਬੀਬੀਆਂ ਉਹਦੇ ਨਾਲ ਹੋਰ ਨੇ, ਉਹ ਉਹਨਾਂ ਦੀ ਕੋਈ ਉਸ ਬੀਬੀ ਦੀ ਕੋਈ ਰਿਲੇਟਿਵ ਹੈਗੇ ਨੇ, ਉਹਦੇ ਸਿਸਟਰ ਮੇਰੇ ਖਿਆਲ, ਉਹ ਪਤਾ ਸਿਸਟਰ ਨਾਲ ਕਹਿ ਰਹੇ ਨੇ, ਉਹਨਾਂ ਦੇ ਹੀ ਕੋਈ ਹੈਗੇ ਨੇ। ਪਰ ਉਹ ਕਹਿੰਦੀ ਮੈਂ
ਆਪਣੇ ਜਿੱਥੋਂ ਹਰਿਆਣੇ ਚੋਂ ਆਏ ਨੇ, ਬੀਬੀ ਹੈ ਪੰਜਾਬੀ ਬੀਬੀ, ਉਹ ਕਹਿੰਦੀ ਮੈਂ ਹਾਂਜੀ। ਕਈਆਂ ਦੇ ਨਾਲ ਸੰਪਰਕ ਕਰਨਾ ਚਾਹਿਆ ਕਿ ਚਲੋ ਆਪਾਂ ਵੀ ਮੋਰਚੇ 'ਚ ਚੱਲਦੇ ਆ, ਤੇ ਉਹ ਜਿਹੜੇ ਲੋਕ ਅਜੇ ਇਹ ਇੱਥੋਂ ਤੱਕ ਸੀਮਤ ਨੇ ਕਿ ਉਹ ਕਹਿੰਦੇ ਨਹੀਂ ਜੀ ਸਾਡੇ ਵਿੱਚ ਜਨਾਨੀਆਂ ਨੂੰ, ਔਰਤਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ, ਔਰ ਮੋਰਚੇ ਦੇ ਵਿੱਚ ਅਸੀਂ ਨਹੀਂ ਜਾ ਸਕਦੇ, ਸਾਨੂੰ ਸਾਡੇ ਘਰ ਵਾਲਿਆਂ ਵੱਲੋਂ ਇਜਾਜ਼ਤ ਨਹੀਂ ਹੈ। ਤੇ ਉਹ ਕੱਲ ਦੀ ਮੈਂ ਵੀਡੀਓ ਸੁਣੀ ਅਜੇ ਮੈਂ ਉਸ ਬੀਬੀ ਦੀ, ਉਹ ਬੀਬੀ ਪੰਜਾਬੀ ਹੈ, ਉਹ ਕਹਿੰਦੀ ਜਿੱਥੋਂ ਮੈਂ ਆਈ ਆ, ਉਹ ਮੇਰੇ ਖਿਆਲ ਆਈ ਇਧਰੋਂ ਅਸੰਧ ਵੱਲੋਂ, ਕਿਸੇ ਅਸੰਧ ਸ਼ਹਿਰ ਹੈਗਾ ਕਰਨਾਲ ਦੇ ਕੋਲੇ। ਹਾਂਜੀ, ਠੀਕ ਹੈ। तो कहने का भाव यही है कि ਅੱਜ ਅਜੇ ਵੀ ਕੁਝ ਸਮਾਜ ਐਸਾ ਹੈ ਜਿਹੜਾ ਪਿੰਡੂ ਕਹਿ ਲੋ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਜਿਹੜੇ ਬੀਬੀਆਂ ਨੂੰ ਖਾਲੀ ਚੁੱਲ੍ਹੇ ਚੌਂਕੇ ਤੱਕ ਹੀ ਰੱਖਣਾ ਚਾਹੁੰਦੇ ਨੇ ਤੇ ਉਹ ਬਾਹਰ ਨਹੀਂ ਨਿਕਲਣ ਦਿੰਦੇ ਉਹਨਾਂ ਨੂੰ ਅਜੇ ਵੀ ਲੋਕ। ਇਹ ਅਨਪੜ੍ਹਤਾ ਹੈ, ਇਹ ਅਨਪੜ੍ਹਤਾ ਹੈ। ਬਿਲਕੁਲ ਸਹੀ ਹੈ ਗੱਲ ਤੁਹਾਡੀ। ਹਾਂ ਤੇ ਜੇ ਉਸ ਬੀਬੀ ਉਹ ਬੀਬੀ ਕਹਿੰਦੀ ਹੈ, ਔਰ ਉਸ ਤੋਂ ਪਹਿਲਾਂ ਦੋ ਬੀਬੀਆਂ ਮੋਟਰਸਾਈਕਲ ਤੇ ਆਈਆਂ ਨੇ, ਮੇਰੇ ਖਿਆਲ ਪੰਜਾਬ ਚੋਂ ਆਈਆਂ ਮੋਟਰਸਾਈਕਲਾਂ ਤੋਂ, ਔਰ ਸਾਰੇ ਲੋਕ ਉਹਨਾਂ ਨੂੰ ਦੇਖ ਕੇ ਕਾਫੀ ਬੀਬੀਆਂ ਪ੍ਰਭਾਵਿਤ ਹੋਈਆਂ ਕਿ ਆ ਵੀ ਜੇ ਇਹ ਜਾ ਸਕਦੀਆਂ ਨੇ ਅਸੀਂ ਕਿਉਂ ਨਹੀਂ ਜਾ ਸਕਦੀਆਂ। ਪਰ ਅਜੇ ਵੀ ਜਿਹੜੇ ਪਿੰਡਾਂ ਵਿੱਚ ਅਜੇ ਘੁੰਡ ਕੱਢਣਾ ਹੈ, ਤੁਸੀਂ ਹਰਿਆਣੇ ਦੇ ਪਿੰਡਾਂ 'ਚ ਜਾਂ ਯੂਪੀ ਦੇ ਪਿੰਡਾਂ 'ਚ ਗਏ ਹੋਵੋਗੇ, ਅਜੇ ਵੀ ਉਹਨਾਂ ਨੂੰ ਅਲਾਓ ਨਹੀਂ ਕਿ ਵੀ ਉਹ ਘੁੰਡ ਆਪਣਾ ਚੱਕ ਕੇ ਤੇ ਉਹ ਪਿੰਡ ਵਿੱਚ ਪਾਣੀ ਲੈਣ ਚਲ ਜਾਣ ਜਾਂ ਕਿਤੇ ਖੇਤ ਕਿਆਰ ਵੀ ਚਲੀ ਜਾਣ ਉਹ ਬੀਬੀਆਂ। ਹੌਲੀ ਹੌਲੀ ਤਬਦੀਲੀ ਆ ਰਹੀ ਹੈ ਲੋਕਾਂ ਦੇ ਵਿੱਚ। ਹਾਂਜੀ ਹਾਂਜੀ, ਜਾਗਰਤੀ ਆਊਗੀ ਪਰ ਟਾਈਮ ਲੱਗਣਾ ਸਿੰਘ ਸਾਹਿਬ ਇਸ ਚੀਜ਼ ਨੂੰ, ਕਿਉਂਕਿ ਜਿੰਨਾ ਪ੍ਰਚਾਰ ਹੋਇਆ ਹੈ ਉਸ ਤੋਂ ਜ਼ਿਆਦਾ ਪ੍ਰਚਾਰ ਇਹ ਹੋ ਗਿਆ। ਹੁਣ ਇੰਨੇ ਲੋਕੀ ਕਿੰਨੇ ਪੜ੍ਹੇ ਲਿਖੇ ਲੋਕ ਅਜੇ ਤੱਕ ਵੀ ਵਹਿਮਾਂ ਭਰਮਾਂ ਵਿੱਚ ਪਏ ਹੋਏ ਨੇ ਕਿ ਆ ਵੀ ਕੁੜੀ ਸਾਡਾ ਜਿਹੜਾ ਨਾਂ ਨਹੀਂ ਕਰਦੀ, ਉਹ ਮੁੰਡਾ ਸਾਡਾ ਜਿਹੜਾ ਆਊਗਾ ਉਹ ਸਾਡਾ ਬਸ ਚੱਲੂਗਾ। ਅਜੇ ਤੱਕ ਇੱਥੇ ਖੜੇ ਅਜੇ ਲੋਕ ਕਈ। ਰਾਈਟ, ਚਲੋ ਜੀ, ਸਾਨੂੰ ਇੱਥੋਂ ਇਹੀ ਸਬਕ ਮਿਲਦਾ ਕਿ ਜਿਹੜੇ ਸਾਡੇ ਸਾਹਿਬਜ਼ਾਦੇ ਆ, ਸਾਹਿਬਜ਼ਾਦਿਆਂ ਦਾ ਜੀਵਨ ਤੇ ਗੁਰੂ ਸਾਹਿਬ ਦੇ ਨਾਲ ਕੁਰਬਾਨੀਆਂ ਕਰਨ ਵਾਲੀਆਂ ਉਹ ਔਰਤਾਂ ਵੀ ਨੇ ਲੜਾਈ ਦੇ ਮੈਦਾਨ ਦੇ ਵਿੱਚ, ਘੇਰੇ ਦੇ ਵਿੱਚ ਉਹ ਵੀ ਸੀਗੀਆਂ, ਜਿਨ੍ਹਾਂ ਨੇ ਰਲ ਮਿਲ ਕੇ ਜਿਵੇਂ ਹੁਣ ਮਾਈ ਭਾਗੋ ਦਾ ਰੋਲ ਦੇਖੋ, ਜਿਵੇਂ ਉਹਨਾਂ ਨੂੰ ਸਿੰਘਾਂ ਨੂੰ ਮੁੜ ਕੇ ਵਾਪਸ ਲੈ ਕੇ ਆਉਣਾ, ਬਈ ਉਹਨਾਂ ਦਾ ਵੀ ਜਿਹੜਾ ਯਾਦ ਹੈ ਉਹਨਾਂ ਦੀ ਉਹ ਮਨਾਉਣੀ ਚਾਹੀਦੀ ਹੈ ਸਾਨੂੰ ਇਹਨਾਂ ਸਮਾਗਮਾਂ ਦੇ ਉੱਤੇ, ਤਾਂ ਕਿ ਉਹ ਵੀ ਰੋਲ ਮਾਡਲ ਦੇ ਤੌਰ ਤੇ ਜਿਹੜੀਆਂ ਬਾਕੀ ਕੁੜੀਆਂ ਸਾਡੀਆਂ ਦੇਖਦੀਆਂ ਨੇ, ਵੱਡੀਆਂ ਹੋ ਰਹੀਆਂ ਨੇ, ਤੇ ਨਾਲੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਵੀ ਅਸੀਂ ਕਿਉਂ ਇੱਜ਼ਤ ਕਰਨੀ ਆ ਔਰਤ ਦੀ, ਕਿਉਂਕਿ ਉਹਨਾਂ ਦੇ ਵੀ ਰੋਲ ਜਿਹੜੇ ਸਾਡੇ ਅਗਾਂਹ ਐਡਵਾਂਸ ਕਰਨ ਦੇ ਵਿੱਚ ਬੜੇ ਮਾਨਯੋਗ ਨੇ ਤੇ ਸਤਿਕਾਰਯੋਗ ਨੇ। ਹਾਂਜੀ, ਬਿਲਕੁਲ 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 ਬਿਲਕੁਲ। ਦੇਖੋ ਮਾਤਾ ਭਾਗ ਕੌਰ ਲਾ ਲਓ ਜਾਂ ਤੁਸੀਂ ਇੱਕ ਬੀਬੀ ਹਰਸ਼ਨ ਕੌਰ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਸੰਸਕਾਰ ਕੀਤਾ ਸਾਹਿਬਜ਼ਾਦਾ ਦਾ, ਉਹ ਕਿੱਡਾ ਵੱਡਾ ਜਜ਼ਬਾ ਸੀ ਉਸ ਬੀਬੀ ਵਿੱਚ ਕਿ ਹਾਂ ਵੀ ਹਾਲਾਂਕਿ ਉੱਥੇ ਹੋਰ ਵੀ ਸਿੰਘ ਵੀ ਹੋਣਗੇ ਪਰ ਉਹਨੇ ਕਿੱਡਾ ਵੱਡਾ ਕਿ ਰਾਤ ਨੂੰ ਕੱਲੀ ਨੇ ਜਾ ਕੇ ਉਹ ਜਿਹੜੀ ਦੀਵਾ ਜਾ ਕੇ ਜਗਾਉਂਦੀ ਸੀ ਜਾਂ ਜਿਹਨੇ ਸੰਸਕਾਰ ਕੀਤਾ ਹੈ, ਹਾਲਾਂਕਿ ਜ਼ਾਲਮਾਂ ਨੇ ਉਹਨੂੰ ਵੀ ਚੱਕ ਕੇ ਉਹਨਾਂ ਦੇ ਨਾਲ ਸੰਸਕਾਰ ਕਰ ਦਿੱਤਾ ਹੈ, ਪਰ ਉਹਦਾ ਜਜ਼ਬਾ ਦੇਖੋ ਕਿੱਡਾ ਵੱਡਾ ਸੀ ਉਸ ਬੀਬੀ ਦਾ। ਬਿਲਕੁਲ ਬਿਲਕੁਲ ਸਹੀ ਹੈ ਗੱਲ। ਔਰ ਸ਼ਾਇਦ ਮੈਂ ਤੁਹਾਡੇ ਨਾਲ ਇੱਕ ਬੇਨਤੀ ਹੋਰ ਕਰ ਦੇਣਾ ਨਾਲ ਕਿ ਉਹਦੇ ਵਿੱਚ ਕਈ ਭਾਵੇਂ ਮੂਵੀਆਂ ਭਾਵੇਂ ਕੋਈ ਬਿਲਕੁਲ ਠੀਕ ਨਹੀਂ ਹੁੰਦੀ ਹੈ, ਪਰ ਕੁਝ ਗੱਲਾਂ ਉਹਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦੀ। ਚਾਰ ਸਾਹਿਬਜ਼ਾਦਿਆਂ ਵਿੱਚ ਮਾਤਾ ਗੁਜਰ ਕੌਰ ਜੀ ਪਾਠ ਸਿਖਾ ਰਹੇ ਨੇ ਚਾਰ ਸਾਹਿਬਜ਼ਾਦਿਆਂ ਨੂੰ, ਤੇ ਕਹਿੰਦਾ ਅੱਜ ਮਾਤਾਵਾਂ ਨੂੰ ਅੱਜ ਭਾਵੇਂ ਠੀਕ ਹੈ ਸਮਾਜ ਕੁਝ ਵੀ ਕਰੇ ਪਰ ਹਰ ਇੱਕ ਬੰਦਾ ਆਪਣੀ ਡਿਊਟੀ ਹੈ ਸਮਝੋ, ਭਾਵੇਂ ਬੀਬੀ ਹੈ ਤੇ ਭਾਵੇਂ ਜਿਹੜਾ ਇੱਕ ਦਾਦਾ ਜਾਂ ਦਾਦੀ ਹੈ, ਨਾਨਾ ਜਾਂ ਨਾਨੀ ਹੈ, ਉਹ ਆਪਣਾ ਰੋਲ ਪੂਰਾ ਕਰਨ ਤਾਂ ਕਿ ਜਿਵੇਂ ਹੁਣ ਮਾਤਾ ਗੁਜਰ ਕੌਰ ਪਾਠ ਸਿਖਾ ਰਹੇ ਨੇ ਔਰ ਦਸਤਾਰਾਂ ਸਜਾਉਂਦੇ ਨੇ ਉਹਨਾਂ ਦੇ ਸਿਰ ਤੇ, ਉਹਨਾਂ ਨੂੰ ਦਮਾਲੇ ਸਜਾਉਂਦੇ ਨੇ, ਕਲਗੀ ਲਾਉਂਦੇ ਨੇ। ਅੱਜ ਦਾਦੀ ਦਾਦੇ ਔਰ ਨਾਨੀ ਨਾਨੇ ਮੈਂ ਇੱਕ ਬੇਨਤੀ ਕਰ ਰਿਹਾ ਇਸ ਚੈਨਲ ਦੇ ਥਰੂ, ਸਿੱਖ ਆਫ ਮਾਨਵਤਾ ਦੇ ਥਰੂ ਮੈਂ ਇੱਕ ਬੇਨਤੀ ਕਰ ਰਿਹਾ ਸਿੱਖ ਸਮੂਹ ਸਿੱਖ ਜਗਤ ਨੂੰ ਕਿ ਵੀ ਉਹ ਦਾਦੀ ਦਾਦੇ ਔਰ ਨਾਨੀ ਨਾਨੇ ਆਪਣਾ ਰੋਲ ਪੂਰਾ ਕਰਨ ਕਿ ਉਹ ਬੱਚਿਆਂ ਨੂੰ ਚੰਗੀ ਸਿੱਖਿਆਵਾਂ ਦੇਣ, ਪੰਜਾਬੀ ਪੜ੍ਹਾਉਣ, ਕੇਸ ਸਭ ਤੋਂ ਪਹਿਲੇ ਤਾਂ ਕੇਸ ਸਿੱਖੀ ਸਰੂਪਤਾ ਰੱਖਣ ਬੱਚਿਆਂ ਦਾ ਘੱਟ ਤੋਂ ਘੱਟ, ਮੇਰੀ ਇੱਕ ਬੇਨਤੀ ਹੈ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਚਲੋ ਜੀ, ਟਾਈਮ ਬਹੁਤ ਹੋ ਗਿਆ ਹੁਣ ਆਪਣਾ, ਤੇ ਆਪਣੇ ਇਹੀ ਸੀਗਾ ਅੱਜ ਦਾ ਮੁੱਦਾ ਕਿ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਸਾਡੇ ਪੰਥ ਦੇ ਵਿੱਚ ਔਰਤਾਂ ਨੇ ਉਹਨਾਂ ਦਾ ਕੀ ਰੋਲ ਹੈ ਸਾਹਿਬਜ਼ਾਦਿਆਂ ਦੇ ਵਿੱਚ ਜਿਹੜੀ ਹੈਗੀ ਆ ਗਰੋਥ ਦੇ ਲਈ, ਤੇ ਸਾਹਿਬਜ਼ਾਦੇ ਮਹਾਰਾਜ ਦਾ ਤਾਂ ਰੋਲ ਹੈ ਹੀ ਹੈ ਉਹਦੇ ਵਿੱਚ ਕਿ ਵੀ ਕਿਵੇਂ ਉਹਨਾਂ ਨੇ ਵੱਧ ਚੜ ਕੇ ਘਰੋਂ ਹੀ ਜਿਹੜਾ ਉਹਨਾਂ ਨੂੰ ਉਤਸ਼ਾਹ ਦਿੱਤਾ, ਤੇ ਉਹੀ ਜਿਹਾ ਉਤਸ਼ਾਹ ਸਾਨੂੰ ਹੁਣ ਆਪ ਪੈਦਾ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੀਆਂ ਜਿਹੜੀਆਂ ਹੈਗੀਆਂ ਨੇ ਲੇਡੀਜ਼ ਜਿਹੜੀਆਂ ਨੇ ਬੀਬੀਆਂ ਨੇ ਮਾਤਾਵਾਂ ਨੇ ਉਹਨਾਂ ਨੂੰ ਕਹੀਏ
ਕਿ ਵੀ ਤੁਸੀਂ ਸਾਡੇ ਨਾਲ ਰਲ ਮਿਲ ਕੇ ਜਿਹੜਾ ਹੈਗਾ ਪਰਿਵਾਰ ਦੀ ਪਾਲਣਾ ਦੇ ਵਿੱਚ ਜੀ ਉਹਨਾਂ ਨੂੰ ਅੱਗੇ ਲੈ ਕੇ ਆਈਏ, ਹੈ ਜੀ। ਜੀ ਚਲੋ, ਠੀਕ ਹੈ ਜੀ, ਠੀਕ ਹੈ ਥੈਂਕ ਜੀ। ਯੂ ਵੈਰੀ ਮਚ। ਬਹੁਤ ਹੋਰ ਬਹੁਤ ਕੋਈ ਬਹੁਤ ਗੱਲਬਾਤ ਬਹੁਤ ਕਹਿਣੀ ਧੰਨਵਾਦ ਹੋਵੇ ਜੀ। ਤੁਸੀਂ? ਹਾਂਜੀ ਮੈਂ ਤੇ- ਹਾਂਜੀ ਤੇ ਸੋ ਆਈ ਵਾਂਟ ਥੈਂਕ ਯੂ ਫॉर ਯੂਰ ਪਾਰਟਿਸਿਪੇਸ਼ਨ। ਹਾਂਜੀ, ਤੁਸੀਂ ਆਏ ਆ, ਇਸੇ ਥੈਂਕ ਯੂ ਜੀ, ਤਰ੍ਹਾਂ ਅੱਗੇ ਨੂੰ ਤੁਹਾਡਾ। ਵੀ ਆਉਂਦੇ ਰਹੋ। ਤੇ ਹਾਂਜੀ ਥੈਂਕ ਯੂ I ਜੀ, want ਬਹੁਤ to ਅੱਛੇ thank ਵਿਚਾਰ our ਤੁਹਾਡੇ। Hani audience and also for their valuable time. So ਹਾਂਜੀ people, ਜੇ ਤੁਸੀਂ already subscribe ਕਰ ਰਹੇ ਆ, please for Voice of Manavta, thank you। ਜਿਹੜੇ ਨਹੀਂ ਕਰ ਰਹੇ ਉਹ please ਸ਼ੁਰੂ ਕਰੋ, ਤਾਂ ਤੇ ਨਾਲੇ ਜੋ ਵੀ ਤੁਸੀਂ ਫਾਈਨੈਂਸ਼ੀਅਲ ਮਦਦ ਕਰ ਸਕੇ ਪ੍ਰੋਗਰਾਮ ਦੀ, it will be appreciated। ਤੇ ਕਿਉਂਕਿ ਰਲ ਮਿਲ ਕੇ ਅਸੀਂ ਜਿਹੜੇ ਪ੍ਰੋਗਰਾਮ ਨੇ ਆਪਾਂ ਉਹਨਾਂ ਨੂੰ ਸਕਸੈਸਫੁਲ ਬਣਾ ਸਕਦੇ ਹਾਂ। ਤੇ ਹੋਰਨਾਂ ਲੋਕਾਂ ਨੂੰ ਇਨਵੋਲਵ ਕਰੋ। ਤੁਹਾਡੇ ਜੋ ਸਵਾਲ ਹੋਣ ਉਹ ਮੇਲ ਆਕਸ਼ਨ ਉਹਨਾਂ ਨੂੰ ਭੇਜੋ, ਤਾਂ ਕਿ ਅਗਲੇ ਪ੍ਰੋਗਰਾਮਾਂ 'ਚ ਅਸੀਂ ਉਹਨਾਂ ਨੂੰ ਡਿਸਕਸ ਕਰ ਸਕੀਏ। ਤੇ ਇੰਨੀ ਇਸ ਤੋਂ ਬਾਅਦ ਫਤਿਹ ਪ੍ਰਵਾਨ ਕਰਨੀ ਤੇ ਗੁਰੂ ਹਰਪਖੋਂ ਚੜ੍ਹਦੀ ਕਲਾ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ